ਅਕਾਲ ਦਰਸ਼ਕੋ, ਇਮੀਗ੍ਰੇਸ਼ਨ ਅਪਡੇਟ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਕਿ ਛਵੀ ਵੱਲੋਂ ਨਿੱਘੀ ਸਤਿ ਸ਼੍ਰੀ ਅਕਾਲ। ਦਰਸ਼ਕੋ, ਅਸੀਂ ਇੱਕ ਵਾਰ ਫੇਰ ਤੋਂ ਹਾਜ਼ਰ ਹਾਂ ਇੱਕ ਇੱਦਾਂ ਦੇ ਐਕਸਪੀਰੀਅੰਸ ਨੂੰ ਲੈ ਕੇ ਜਿਹੜੇ ਕਿ ਬੜੇ ਹੀ ਲੰਬੇ ਟਾਈਮ ਤੋਂ ਇਸ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਜਿਹੜੇ ਆਪਣੀ ਸਰਵਿਸਿਜ਼ ਦਿੰਦੇ ਆ ਰਹੇ ਨੇ, ਬੜੇ ਹੀ ਓਨੈਸਟੀ ਦੇ ਨਾਲ ਸਟੂਡੈਂਟਸ ਖਾਸ ਕਰਕੇ ਜਿਹੜੇ ਬਾਹਰ ਜਾਣਾ ਚਾਹੁੰਦੇ ਉਹਨਾਂ ਨੂੰ ਗਾਈਡ ਕਰਦੇ ਆ ਰਹੇ ਨੇ। ਦਰਸ਼ਕੋ, ਕਿਸੇ ਨੂੰ ਗਾਈਡੈਂਸ ਦੇਣੀ ਅੱਜ ਕੱਲ੍ਹ ਬੜੀ ਸੌਖੀ ਗੱਲ ਹੈ। ਇਹ ਕਹਿ ਸਕਦੇ ਹੋ ਕਿ ਸ਼ਬਦਾਂ ਦਾ ਖੇਲ, ਲੇਕਿਨ ਗਾਈਡੈਂਸ ਉਹਦੇ ਕੋਲ ਲਵੋ ਜਿਹੜਾ ਲਾਇਸੈਂਸਡ ਹੋਵੇ, ਜਿਹਦੇ ਕੋਲ ਅਥਾਰਟੀ ਹੋਵੇ ਕਿ ਹੋਰਲੇ ਮੁਲਕਾਂ ਨੂੰ ਜਿਹੜਾ ਇੱਧਰ ਰਹਿੰਦੇ ਹੋਏ ਸਟੂਡੈਂਟਸ ਨੂੰ ਰਿਪਰੈਜ਼ੈਂਟ ਕਰ ਸਕੇ। ਜੀ ਬਿਲਕੁਲ, ਪਿਰਾਮਿਡ ਈ ਸਰਵਿਸਿਜ਼ ਦੇ ਡਾਇਰੈਕਟਰ ਤੇ ਓਨਰ ਮਿਸਟਰ ਭਨੂ ਸਿੰਘ ਬੇਦੀ ਅੱਜ ਇਸ ਸ਼ੋਅ ਦੇ ਵਿੱਚ ਸਾਡੇ ਰੂਬਰੂ ਹੋਣਗੇ। ਲਾਇਸੈਂਸਡ ਹੋਲਡਰ ਨੇ, ਸਰਟੀਫਾਈਡ ਕੰਸਲਟੈਂਟ ਨੇ, ਤੇ ਫਿਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਕੋਲ ਅਥਾਰਟੀ ਹੈ ਕਿ ਇਹ ਤੁਹਾਡੀ ਫਾਈਲਸ ਨੂੰ ਅੰਬੈਸੀ ਦੇ ਵਿੱਚ ਰਿਪਰੈਜ਼ੈਂਟ ਕਰ ਸਕਣ। ਸੋ ਮਿਸਟਰ ਬੇਦੀ, ਸਭ ਤੋਂ ਪਹਿਲਾਂ ਸ਼ੋਅ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਛਵੀ ਜੀ, ਔਰ ਸਾਡੇ ਨਾਲ ਜੁੜੇ ਸਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰਾ ਸਤਿ ਸ਼੍ਰੀ ਅਕਾਲ ਜੀ। ਔਰ ਬਿਲਕੁਲ ਸਹੀ ਕਿਹਾ ਛਵੀ ਜੀ ਦੈਟ ਸਲਾਹ ਤਾਂ ਦੇਣ ਲਈ ਬਹੁਤ ਲੋਕ ਬੈਠੇ ਹੈ, ਪਰ ਸਹੀ ਸਲਾਹ ਦੇਣ ਵਾਲੇ ਲੋਕ ਇਸ ਇੰਡਸਟਰੀ ਦੇ ਵਿੱਚ ਬਹੁਤ ਘੱਟ ਹੈ। ਲੋਕਾਂ ਨੂੰ ਕੀ ਲੱਗਦਾ ਹੈ ਕਿ ਜੇ ਅਨਇੰਪਲੋਇਡ ਹੈ, ਜੇ ਬਿਜ਼ਨਸ ਨਹੀਂ ਚੱਲੇ, ਜੇ ਨੌਕਰੀਆਂ ਨਹੀਂ ਚੱਲੀਆਂ, ਚਲੋ ਇੱਦਾਂ ਕਰਦੇ ਆ, ਇਮੀਗ੍ਰੇਸ਼ਨ ਏਜੰਟ ਹੀ ਬਣ ਜਾਂਦੇ ਆ, ਨਾ ਕਰਦੇ ਵੀ ਆਪਣੀ ਰਿਸ਼ਤੇਦਾਰੀ 'ਚੋਂ 1-2 ਕੇਸ ਫੜ ਲਵਾਂਗੇ, ਉਹਨਾਂ ਤੋਂ ਹੀ 20-25-50 ਹਜ਼ਾਰ ਰੁਪਏ ਕਮਾ ਕੇ ਅੱਗੇ ਵੱਧ ਜਾਵਾਂਗੇ। ਤੇ ਇਹ ਇੱਕ ਸੋਚ ਹੈ, ਜਿਸ ਸੋਚ ਦੇ ਨਾਲ ਸਾਡੀ ਇੰਡਸਟਰੀ ਦੇ 80-90% ਲੋਕ ਆਪਰੇਟ ਕਰ ਰਹੇ ਆ। ਜ਼ਿੰਦਗੀ ਵਿੱਚ ਆਪ ਅੱਜ ਤੱਕ ਫਗਵਾੜਾ ਨੇ ਟੱਪੇ ਤਾਂ ਗੱਲਾਂ ਕਰਦੇ ਕੈਨੇਡਾ ਅਮਰੀਕਾ ਦੀਆਂ, ਜ਼ਿੰਦਗੀ 'ਚ ਆਪ ਅੱਜ ਤੱਕ 12ਵੀਂ ਨਹੀਂ ਕੀਤੀ ਤਾਂ ਗੱਲਾਂ ਕਰਦੇ MBA PhD MPhil ਵਰਗੇ ਪ੍ਰੋਗਰਾਮਸ ਦੀਆਂ। ਸੋ ਇਸ ਲਈ ਮੈਂ ਇਹੀ ਇੱਕ ਗੁਜ਼ਾਰਿਸ਼ ਕਰਨਾ ਚਾਹਾਂਗਾ ਕਿ ਜੇ ਤੁਸੀਂ ਆਪਣਾ ਸਟੂਡੈਂਟ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤਾਂ ਇੱਕ ਕੁਆਲੀਫਾਈਡ ਔਰ ਲਾਇਸੈਂਸਡ ਏਜੰਟ ਤੋਂ ਲਗਵਾਓ। ਸੋ ਪਿਰਾਮਿਡ ਈ ਸਰਵਿਸਿਜ਼ ਇੱਕ ਲਾਇਸੈਂਸਡ, ਪੰਜਾਬ ਸਰਕਾਰ ਵੱਲੋਂ ਲਾਇਸੈਂਸਡ ਮਨਜ਼ੂਰਸ਼ੁਦਾ ਏਜੰਟ ਹੈ। ਬਹੁਤ ਘੱਟ ਲੋਕਾਂ ਕੋਲ ਇਹ ਲਾਇਸੈਂਸ ਹੈ, ਬਿਕੋਜ਼ ਇਹਦਾ ਜਿਹੜਾ ਪ੍ਰੋਸੈਸ ਹੈ ਬਹੁਤ ਹੀ ਟੀਡੀਅਸ ਹੈ। ਬਹੁਤ ਮੁਸ਼ਕਿਲ ਦੇ ਨਾਲ ਇਹਦਾ ਲਾਇਸੈਂਸ ਮਿਲਦਾ ਹੈ। ਪੁਲਿਸ ਵੈਰੀਫਿਕੇਸ਼ਨਸ ਹੁੰਦੀਆਂ, ਨਾਲ ਦੀ ਨਾਲ ਤੁਹਾਡੀਆਂ ਰਿਟਰਨਸ ਦੇਖੀਆਂ ਜਾਂਦੀਆਂ, ਨਾਲ ਦੀ ਨਾਲ ਕਾਲਜ ਔਰ ਯੂਨੀਵਰਸਿਟੀਜ਼, ਫੋਰਨ ਯੂਨੀਵਰਸਿਟੀਜ਼ ਔਰ ਕਾਲਜਿਸ ਨਾਲ ਈਮੇਲ ਕਿ ਸਰਕਾਰ, ਸਾਡੀ ਪੰਜਾਬ ਦੀ ਸਰਕਾਰ ਰਾਬਤਾ ਕਰਦੀ ਹੈ ਕਿ ਇਹ ਕੰਸਲਟੈਂਟ ਨਾਲ ਤੁਸੀਂ ਕੀ ਕੰਮ ਕਰ ਰਹੇ ਹੋ ਕਿ ਨਹੀਂ ਕਰ ਰਹੇ, ਜੇ ਕਰ ਰਹੇ ਹੋ ਤਾਂ ਇਹਨਾਂ ਦੀ ਕੀ ਰਿਪੋਰਟ ਹੈ। ਸੋ ਉਸ ਤੋਂ ਬਾਅਦ ਲਾਇਸੈਂਸ ਦਿੱਤਾ ਜਾਂਦਾ ਹੈ। ਸੋ 2 ਚੀਜ਼ਾਂ ਮੁੱਖ ਰੱਖਣੀਆਂ ਹੈ ਜਦੋਂ ਆਪਾਂ ਕੰਸਲਟੈਂਟ ਚੂਜ਼ ਕਰਨਾ। ਪਹਿਲੀ ਗੱਲ ਕਿ ਪੰਜਾਬ ਸਰਕਾਰ ਵੱਲੋਂ ਉਹ ਮਨਜ਼ੂਰਸ਼ੁਦਾ ਹੋਵੇ, ਲਾਇਸੈਂਸਡ ਹੋਵੇ। ਦੂਸਰੀ ਗੱਲ, ਯੂਨੀਵਰਸਿਟੀਜ਼ ਨਾਲ ਸਿੱਧੇ ਤੌਰ ਤੇ ਕੰਮ ਕਰ ਰਿਹਾ ਹੋਵੇ, ਸਿੱਧੇ ਤੌਰ ਤੇ ਜੁੜਿਆ ਹੋਵੇ। ਕਾਲਜਾਂ ਔਰ ਯੂਨੀਵਰਸਿਟੀਆਂ, ਜਿਹੜੀ ਸਰਕਾਰੀ ਕਾਲਜ ਔਰ ਯੂਨੀਵਰਸਿਟੀਜ਼ ਹੈ, ਉਹਨਾਂ ਤੋਂ ਮਨਜ਼ੂਰਸ਼ੁਦਾ ਕੰਸਲਟੈਂਟ ਹੋਣਾ ਚਾਹੀਦਾ ਹੈ। ਬਿਕੋਜ਼ ਜੇ ਨਹੀਂ ਹੈ ਤੇ ਉਹਨੂੰ ਨਾ ਹੀ ਕਾਲਜ ਔਰ ਯੂਨੀਵਰਸਿਟੀ ਨੇ ਟ੍ਰੇਨਿੰਗ ਦੇਣੀ ਹੈ, ਨਾ ਹੀ ਉਹਨੂੰ ਫਾਈਲ ਲਗਾਉਣ ਦਾ ਤਰੀਕਾ ਔਰ ਸਲੀਕਾ ਆਏਗਾ, ਜਿਹਦੇ ਨਾਲ ਨੁਕਸਾਨ ਤੁਹਾਡਾ ਹੀ ਹੋਣਾ, ਬਿਕੋਜ਼ ਅਲਟੀਮੇਟਲੀ ਫਾਈਲ ਤੁਹਾਡੀ ਹੀ ਰਿਫਿਊਜ਼ ਹੋ ਸਕਦੀ ਹੈ। ਸੋ ਪਿਰਾਮਿਡ ਈ ਸਰਵਿਸਿਜ਼, ਵੀ ਪ੍ਰਾਊਡਲੀ ਅਨਾਊਂਸ that we have the largest network of universities and colleges in Punjab। ਬਹੁਤ ਜ਼ਿਆਦਾ ਯੂਨੀਵਰਸਿਟੀਜ਼ ਔਰ ਕਾਲਜਿਸ ਦੇ ਨਾਲ ਪਿਰਾਮਿਡ ਈ ਸਰਵਿਸਿਜ਼ ਕੰਮ ਕਰ ਰਹੀ ਹੈ, ਔਰ ਸਿੱਧੇ ਤੌਰ ਤੇ ਕੰਮ ਕਰ ਰਹੀ ਹੈ। ਨਹੀਂ ਕੋਈ ਚੰਡੀਗੜ੍ਹ ਦਾ ਏਜੰਟ, ਕੋਈ ਦਿੱਲੀ ਦਾ, ਕੋਈ ਗੁਜਰਾਤ ਦਾ, ਵਿੱਚ ਕੋਈ ਵੀ ਇਨਵੋਲਵ ਨਹੀਂ ਹੈ। ਜੇ ਤੁਸੀਂ ਸਾਨੂੰ ਕੇਸ ਪਿਰਾਮਿਡ ਈ ਸਰਵਿਸਿਜ਼ ਨੂੰ ਕੇਸ ਦਿੰਦੇ ਹੋ ਤੇ ਤੁਹਾਡਾ ਕੇਸ ਡਾਇਰੈਕਟਲੀ ਪਿਰਾਮਿਡ ਦੇ ਦਫ਼ਤਰ ਤੋਂ ਸਿੱਧੀ ਯੂਨੀਵਰਸਿਟੀ ਵਿੱਚ ਜਾਏਗਾ, ਡਾਇਰੈਕਟਲੀ ਪਿਰਾਮਿਡ ਦੇ ਦਫ਼ਤਰ ਤੋਂ ਸਿੱਧਾ ਕਾਲਜ ਵਿੱਚ ਜਾਏਗਾ, ਸਹੀ ਕੋਰਸ ਮਿਲੇਗਾ, ਕੋਈ ਵੀ ਧੋਖਾ ਨਹੀਂ ਹੋਏਗਾ। ਇਹ ਮੈਂ ਤੁਹਾਡਾ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਹੋਣ ਦੇ ਨਾਤੇ ਵਾਅਦਾ ਕਰਦਾ। ਰਾਈਟ, ਬਿਲਕੁਲ ਦਰਸ਼ਕੋ, ਕਿਉਂਕਿ ਇਹ ਬਹੁਤ ਵੱਡਾ ਇੱਕ ਰੀਜ਼ਨ ਹੁੰਦਾ ਕਿ ਤੁਹਾਡੀ ਫਾਈਲ ਡਿਲੇ ਕਿਉਂ ਹੋ ਜਾਂਦੀ ਹੈ, ਕਿੰਨੀ ਦੇਰ ਆਫਰ ਲੈਟਰਸ ਕਿਉਂ ਨਹੀਂ ਆਉਂਦੀਆਂ। ਕਿ ਹੋ ਸਕਦਾ ਜਿਹੜੇ ਏਜੰਟ ਜਾਂ ਕੰਸਲਟੈਂਟ ਤੋਂ ਤੁਸੀਂ ਆਪਣੀ ਫਾਈਲ ਨੂੰ ਪ੍ਰੋਸੈਸ ਕਰਵਾਇਆ ਹੈ ਉਹਦੇ ਸਿੱਧੇ ਟਾਈ ਅਪਸ ਨਾ ਹੋਣ, ਕਿਸੇ ਦੇ ਥਰੂ ਹੁੰਦੇ ਹੋਏ ਤੁਹਾਡੀ ਫਾਈਲ ਹੈ ਜਿਹੜੀ ਕਾਲਜ ਪਹੁੰਚਦੀ ਹੋਵੇ। ਸੋ ਪਿਰਾਮਿਡ ਈ ਸਰਵਿਸਿਜ਼ ਦੀ ਇਹ ਸਭ ਤੋਂ ਵੱਡੀ ਇੱਕ ਐਡਵਾਂਟੇਜ ਹੈ ਤੁਹਾਨੂੰ ਕਿ ਤੁਹਾਡੇ ਪਿਰਾਮਿਡ ਈ ਸਰਵਿਸਿਜ਼ ਤੇ ਕਾਲਜ ਦੇ ਵਿੱਚ ਜਿਹੜਾ ਹੈਗਾ ਕੋਈ ਵੀ ਇੱਦਾਂ ਦੀ ਚੇਨ ਨਹੀਂ ਹੈ ਜਿਹਦੇ ਗੋ ਥਰੂ ਤੁਹਾਡੀ ਫਾਈਲ ਜਾਏਗੀ। ਸੋ ਤੁਹਾਡੇ ਇਹਨਾਂ ਦੇ ਡਾਇਰੈਕਟ ਟਾਈ ਅਪਸ ਨੇ, ਤੁਹਾਡੀ ਫਾਈਲ ਹੈ ਜਿਹੜੀ ਸਿੱਧਾ ਕਾਲਜ ਦੇ ਵਿੱਚ ਜਿਹੜੀ ਐਡਮਿਸ਼ਨ ਲੈਣ ਵਾਸਤੇ ਜਾਏਗੀ। ਇਹ ਬਹੁਤ ਵੱਡੀ ਗੱਲ ਹੁੰਦੀ। ਔਰ ਦੂਜੀ, ਕਿਤੇ ਨਾ ਕਿਤੇ ਬੇਦੀ ਸਰ, ਇਹ ਤੁਹਾਡੀ ਵੀ ਰਿਸਪੌਂਸਿਬਿਲਿਟੀ ਹੋ ਜਾਂਦੀ, ਜਿਵੇਂ ਕਿ ਤੁਹਾਡੇ ਕੋਲ ਲਾਇਸੈਂਸ ਹੈਗਾ, ਅਥਾਰਟੀ ਹੈ ਤੁਹਾਡੇ ਕੋਲ ਸਟੂਡੈਂਟ ਨੂੰ ਰਿਪਰੈਜ਼ੈਂਟ ਕਰਨ ਦੀ, ਕਿ ਤੁਹਾਨੂੰ ਵੀ ਕਿੱਦਾਂ ਦੇ ਕੇਸਿਸ ਚਾਹੀਦੇ ਨੇ ਜਿਹੜੀ ਤੁਹਾਡੇ ਲਾਇਸੈਂਸ ਦੀ ਜਿਹੜੀ ਇੱਕ ਮੇਨਟੇਨੈਂਸ ਹੁੰਦੀ ਹੈ ਉਹਨੂੰ ਵੀ ਥੋੜਾ ਜਿਹਾ ਕਰੇ। ਐਬਸੋਲੂਟਲੀ ਛਵੀ ਜੀ, ਦੇਖੋ ਆਪਾਂ ਕਿਸੇ ਵੀ ਕੰਟਰੀ ਦੀ ਗੱਲ ਕਰ ਲਈਏ, ਹਰ ਕੰਟਰੀ ਦੀ ਯੂਨੀਵਰਸਿਟੀਜ਼ ਨੇ, ਹਰ ਕੰਟਰੀ ਦੀ ਇਮੀਗ੍ਰੇਸ਼ਨ ਨੇ ਇੱਕ ਚੈੱਕਲਿਸਟ ਬਣਾ ਰੱਖੀ ਹੈ। ਸੋ ਫॉर ਐਗਜ਼ਾਮਪਲ ਅਗਰ ਆਪਾਂ ਕੈਨੇਡਾ ਦੀ ਗੱਲ ਕਰ ਲਈਏ, ਕੈਨੇਡਾ ਦੀ ਐਮਬੈਸੀ ਕੀ ਮੰਗਦੀ ਹੈ? ਕੈਨੇਡਾ ਦੀ ਐਮਬੈਸੀ ਕਹਿੰਦੀ ਸਭ ਤੋਂ ਪਹਿਲੀ ਸ਼ਰਤ ਸਾਨੂੰ 6 ਬੈਂਡ ਚਾਹੀਦੇ ਆ। ਆਪਾਂ 5 ਬੈਂਡ ਤੇ ਔਰ 5.5 ਬੈਂਡ ਤੇ SPP ਦੇ ਅਧੀਨ ਤੁਹਾਡੀ ਫਾਈਲ ਐਕਸੈਪਟ ਨਹੀਂ ਕਰਨੀ। ਹਾਂ, ਜਨਰਲ ਸ਼੍ਰੇਣੀ ਵਿੱਚ ਆਪਾਂ 5.5 ਬੈਂਡ ਵੀ ਐਕਸੈਪਟ ਕਰ ਸਕਦੇ ਹਾਂ।
ਪ੍ਰੋਵਾਈਡਡ ਯੂਨੀਵਰਸਿਟੀ ਤੁਹਾਨੂੰ ਦਾਖਲਾ ਦੇ ਦੇਵੇ। ਪਰ 5.5 ਬੈਂਡ ਐਕਸੈਪਟ ਕਰ ਸਕਦੇ ਹਾਂ ਔਰ ਵੀਜ਼ਾ ਆਣਾ ਹੈ, ਦੋ ਅੱਡ ਗੱਲਾਂ ਹੈ। ਜੇ 5.5 ਬੈਂਡ ਤੇ ਕੇਸ ਵੀ ਲਾਣਾ ਤੇ ਕਿਸੇ ਟੌਪ ਦੀ ਯੂਨੀਵਰਸਿਟੀ ਵਿੱਚ ਕੇਸ ਲਗਾਓ ਔਰ ਤੁਹਾਡੇ ਨੰਬਰ ਜਿਹੜੇ ਹੈ ਘੱਟ ਤੋਂ ਘੱਟ 70-75% ਹੋਣੇ ਚਾਹੀਦੇ ਹੈ। ਸੋ ਜੇ 5.5 ਬੈਂਡ ਤੇ ਤੁਸੀਂ ਵੀਜ਼ਾ ਕੈਨੇਡਾ ਦਾ ਹਾਸਲ ਕਰਨਾ ਚਾਹੁੰਦੇ ਹੋ, ਪਿਰਾਮਿਡ ਈ ਸਰਵਿਸਿਜ਼ ਦੇ ਜਿਹੜੇ ਫ੍ਰੀ ਵੀਜ਼ਾ ਹੈਲਪਲਾਈਨ ਨੰਬਰ ਹੈ 92,563 ਉੱਥੇ ਤੁਸੀਂ ਕਾਲ ਕਰ ਸਕਦੇ ਹੋ 9256392563। 5.5 band in Canada is possible, but not with 55%, not with 60%. It is possible with 70% and above. Number one. Number two, it is possible with a very top rated, top ranked university जो ਤੁਹਾਨੂੰ ਪਹਿਲੇ ਫਾਊਂਡੇਸ਼ਨ ਕੋਰਸ ਕਰਾਊਗੀ। 3 ਸਮੈਸਟਰਸ ਹੋਣਗੇ ਜਿਹਦੇ ਵਿੱਚੋਂ 2 ਸਮੈਸਟਰ ਦਾ ਤੁਹਾਨੂੰ ਕ੍ਰੈਡਿਟ ਬੈਨੀਫਿਟ ਮਿਲ ਜਾਏਗਾ। ਸੋ ਜਿਹੜੀ ਵੀ ਯੂਨੀਵਰਸਿਟੀਜ਼ ਵਿੱਚ ਤੁਸੀਂ ਉਹ ਫਾਊਂਡੇਸ਼ਨ ਕੋਰਸ ਕਰਨ ਤੋਂ ਬਾਅਦ ਜਾਓਗੇ ਉਹ ਤੁਹਾਨੂੰ ਡਾਇਰੈਕਟਲੀ ਸੈਕੰਡ ਈਅਰ ਵਿੱਚ ਐਡਮਿਸ਼ਨ ਦੇ ਦੇਗੀ। ਸੋ ਇਸ ਕੋਰਸ ਤੋਂ ਬਾਅਦ ਤੁਹਾਨੂੰ ਕੋਈ ਵਰਕ ਪਰਮਿਟ ਨਹੀਂ ਮਿਲੇਗਾ, ਅੱਗੇ ਕੋਈ ਫਾਇਦਾ ਨਹੀਂ ਮਿਲੇਗਾ। ਪਰ ਹਾਂ 5.5 ਬੈਂਡ ਤੇ ਤੁਸੀਂ ਇੱਕ ਵਾਰੀ ਕੈਨੇਡਾ ਪਹੁੰਚ ਸਕਦੇ ਹੋ, ਫਾਊਂਡੇਸ਼ਨ ਕੋਰਸ ਕਰ ਸਕਦੇ ਹੋ ਟੌਪ ਦੀ ਯੂਨੀਵਰਸਿਟੀ ਤੋਂ ਔਰ ਉਸ ਤੋਂ ਬਾਅਦ ਕ੍ਰੈਡਿਟ ਟ੍ਰਾਂਸਫਰ ਲੈ ਕੇ ਆਪਣਾ ਮੇਨ ਪ੍ਰੋਗਰਾਮ ਪੇਰੈਂਟ ਕਾਲਜ, ਪੇਰੈਂਟ ਯੂਨੀਵਰਸਿਟੀ ਤੋਂ ਸ਼ੁਰੂਆਤ ਕਰ ਸਕਦੇ ਹੋ। ਅਦਰਵਾਈਜ਼ 6 ਬੈਂਡ ਇੱਕ SPP ਦੀ ਰਿਕੁਆਇਰਮੈਂਟ ਹੈ। ਇੱਕ ਸਮੈਸਟਰ ਦੀ ਫੀਸ ਪੇ ਕਰਨਾ ਲਾਜ਼ਮੀ ਹੈ। ਫੀਸ ਰਫਲੀ ਵੇਰੀ ਕਰਦੀ ਹੈ 2.5 ਲੱਖ ਤੋਂ ਔਰ 4.25 ਲੱਖ ਤੱਕ ਜਾਂਦੀ ਹੈ। ਸੋ 2.5 ਤੋਂ 4.25 ਲੱਖ ਰੁਪਏ ਦੇ ਵਿੱਚ ਵੇਰੀ ਕਰਦੀ ਹੈ। 2.5 ਲੱਖ ਵਿੱਚ ਅਜਿਹੇ ਕਾਲਜਿਸ ਜਿਹੜੇ ਸ਼ਹਿਰਾਂ ਤੋਂ ਥੋੜਾ ਜਿਹਾ ਦੂਰ ਹੈ, ਜਿੱਥੇ ਆਪਣੀ ਕਮਿਊਨਿਟੀ ਨਾ ਹੋਵੇ। ਪਰ ਹਾਂ ਅਗਰ ਤੁਹਾਡਾ ਫੀਸ ਦਾ ਕੰਸਟ੍ਰੇਂਟ ਹੈ ਤੇ ਪਿਰਾਮਿਡ ਕੋਲ 2.5 ਲੱਖ ਵਾਲੇ ਵੀ SPP ਕਾਲਜਿਸ ਹੈਗੇ ਜਿਨ੍ਹਾਂ ਦੀ ਇੱਕ ਸਮੈਸਟਰ ਦੀ ਫੀਸ 2.5 ਲੱਖ ਤੋਂ ਸ਼ੁਰੂਆਤ ਹੁੰਦੀ ਹੈ। ਸੋ ਇਹ ਦੂਸਰੀ ਕੰਡੀਸ਼ਨ ਹੈ। ਤੀਸਰੀ ਕੰਡੀਸ਼ਨ ਹੁਣ ਮੈਡੀਕਲ ਲਾਜ਼ਮੀ ਕਰ ਦਿੱਤਾ ਗਿਆ ਹੈ। ਸੋ ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਤੇ ਮੈਡੀਕਲ ਹੁਣ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਾਸਪੋਰਟ, ਅਕੈਡਮਿਕ ਡਾਕੂਮੈਂਟਸ, ਇਹ ਸਭ ਕੁਝ ਚਾਹੀਦਾ। ਸੋ ਕੋਈ ਵੀ ਪੁਰਾਣੇ ਫੰਡ ਦੀ ਲੋੜ ਨਹੀਂ ਹੈ, ਕੋਈ ਇਨਕਮ ਟੈਕਸ ਰਿਟਰਨਸ ਦੀ ਲੋੜ ਨਹੀਂ ਹੈ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਜਾਣਾ ਚਾਹੁੰਦੇ ਹੋ ਤੇ ਨਾ ਹੀ ਕੋਈ ਪੁਰਾਣੇ ਫੰਡਾਂ ਦੀ ਲੋੜ ਹੈ, ਨਾ ਕੋਈ ਇਨਕਮ ਟੈਕਸ ਰਿਟਰਨਸ ਦੀ ਲੋੜ ਹੈ, ਨਾ ਕੋਈ ਜ਼ਿਮੀਂਦਾਰੀ ਦੀ ਇਨਕਮ ਕਿਸੇ ਤਹਿਸੀਲਦਾਰ ਟੈਸਟ ਕਰਵਾਉਣ ਦੀ ਲੋੜ ਹੈ। ਸਿਰਫ $10,250 ਤੁਹਾਨੂੰ ਨੋਵਾ ਸਕੋਸ਼ੀਆ ਬੈਂਕ ਵਿੱਚ ਜਮ੍ਹਾਂ ਕਰਵਾਉਣੇ ਪੈਣਗੇ ਜੋ ਕਿ ਕੈਨੇਡਾ ਦਾ ਬੈਂਕ ਹੈ। ਸੋ ਉਸ ਬੈਂਕ ਵਿੱਚ ਤੁਸੀਂ $10,250 ਐਜ਼ ਅ ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ ਜਮ੍ਹਾਂ ਕਰਵਾਓਗੇ, ਤੁਹਾਨੂੰ GIC ਇਸ਼ੂ ਹੋਏਗਾ ਔਰ ਉੱਥੇ ਜਾ ਕੇ $2,000 ਹਰ 2 ਮਹੀਨੇ ਵਾਪਸ ਮਿਲਦਾ ਰਹੇਗਾ। ਸੋ ਰਫਲੀ 4-4.25 ਲੱਖ ਰੁਪਈਆ ਇੱਕ ਸਮੈਸਟਰ ਦੀ ਫੀਸ ਹੋ ਗਈ ਔਰ 5-5.5 ਲੱਖ ਰੁਪਈਆ ਰਹਿਣ ਸਹਿਣ ਦਾ ਖਰਚਾ ਹੋ ਗਿਆ। 9 ਲੱਖ ਰੁਪਏ ਦੇ ਨਾਲ ਤੁਸੀਂ ਪੁਰਾਣੇ ਫੰਡ ਸ਼ੋਅ ਕੀਤੇ ਬਗੈਰ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ। 50% ਤੋਂ ਉੱਪਰ ਨੰਬਰਸ ਦੀ ਰਿਕੁਆਇਰਮੈਂਟ ਹੈ। ਅਗਰ 33 ਨੰਬਰ ਹੈ ਕਿਸੇ ਸਬਜੈਕਟ ਦੇ ਵਿੱਚ ਤੇ ਕੋਸ਼ਿਸ਼ ਕਰੋ 60% ਤੋਂ ਉੱਪਰ ਓਵਰਆਲ ਹੋਣੇ ਚਾਹੀਦੇ ਹੈ। ਅਗਰ ਹਰ ਸਬਜੈਕਟ ਵਿੱਚ 45 ਤੋਂ ਉੱਪਰ ਹੈ ਤੇ 50% ਤੋਂ ਉੱਪਰ ਵਾਲੇ ਕੇਸਿਸ ਵੀ ਐਕਸੈਪਟ ਹੋਣਗੇ। ਨਾਲ ਦੀ ਨਾਲ 2014 ਔਰ 2015 ਪਾਸ ਆਊਟ ਐਪਲੀਕੇਸ਼ਨਸ ਨੂੰ ਹੀ ਤਰਜੀਹ ਮਿਲੇਗੀ। ਜੇ 2013 ਜਾਂ 2012 ਹੋ ਤੇ ਗ੍ਰੈਜੂਏਟ ਘੱਟ ਤੋਂ ਘੱਟ ਹੋਣੇ ਚਾਹੀਦੇ ਹੋ ਔਰ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਹੈ, ਕਿਉਂਕਿ 2013 ਦਾ ਮਤਲਬ ਹੈ ਹੁਣ ਮਈ 2016 ਦੇ ਆਪਾਂ ਕੇਸ ਫੜ ਰਹੇ ਹਾਂ। ਸੋ ਰਫਲੀ 3 ਸਾਲ ਦਾ ਗੈਪ ਹੋ ਗਿਆ। ਸੋ 3 ਸਾਲ ਦੇ ਗੈਪ ਨਾਲ ਪ੍ਰੋਬਲਮ ਆ ਸਕਦੀ ਹੈ। ਅਨਲੈਸ ਐਂਟਲ ਤੁਸੀਂ ਕੋਈ ਐਕਸਪੀਰੀਅੰਸ ਸ਼ੋ ਕਰ ਦਿੰਦੇ ਹੋ ਜਾਂ ਐਕਸਪੀਰੀਅੰਸ ਹਾਸਲ ਕੀਤਾ ਹੁੰਦਾ ਹੈ, ਉਹਦੇ ਬੇਸ ਤੇ ਤੁਸੀਂ ਡੈਫੀਨਿਟਲੀ 2016 ਮਈ ਸੈਸ਼ਨ ਲਈ ਜਾ ਸਕਦੇ ਹੋ। ਜੀ ਬਿਲਕੁਲ ਮਿਸਟਰ ਬੇਦੀ, ਇੱਕ ਖਾਸ ਗੱਲ ਮੈਂ SPP ਕੈਟਾਗਰੀ ਦੀ ਪੁੱਛਣਾ ਚਾਹੂੰਗੀ ਕਿ ਹੁਣ ਰੀਸੈਂਟਲੀ ਜਿਹੜਾ ਸੈਪਟੈਂਬਰ ਇਨਟੇਕ ਨਿਕਲ ਕੇ ਗਿਆ ਹੈ ਤੇ ਜਿਹੜੇ ਬੱਚਿਆਂ ਦਾ ਇਨ ਕੇਸ ਜਿਹੜਾ ਵੀਜ਼ਾ ਰਿਫਿਊਜ਼ ਹੋ ਚੁੱਕਿਆ ਹੈ ਤੇ SPP ਕੈਟਾਗਰੀ ਦੇ ਅੰਡਰ ਐਡਮਿਸ਼ਨ ਲਈ $10,000 ਆਲਰੇਡੀ ਉਹ ਟ੍ਰਾਂਸਫਰ ਕਰ ਚੁੱਕੇ ਨੇ, ਤੇ ਕੀ ਉਹਨਾਂ ਨੂੰ ਹੁਣ ਇਹਦੇ ਵਿੱਚ ਘਾਟਾ ਪੈ ਸਕਦਾ ਹੈ ਜਾਂ ਸਟਿਲ देयर ਮਨੀ ਇਜ਼ ਸੇਫ? ਵੀ ਇਦਾਂ ਹੈ ਦੈਟ ਜਿਹੜੇ ਬੱਚਿਆਂ ਦਾ ਸੈਪਟੈਂਬਰ ਇਨਟੇਕ ਵਿੱਚ ਵੀਜ਼ਾ ਰਿਫਿਊਜ਼ ਹੋ ਗਿਆ ਸੀ, ਸੈਪਟੈਂਬਰ ਇਨਟੇਕ ਤੋਂ ਜਿਹੜੇ ਖੁੰਝੇ ਗਏ ਹੈ, ਹੁਣ ਜਨਵਰੀ ਦੀ ਵੀ ਡੇਟਸ ਆਲਮੋਸਟ ਨਿਕਲ ਚੁੱਕੀਆਂ ਹੋਈਆਂ ਹੈ। ਹੁਣ ਜੇ GIC ਤੁਸੀਂ ਟ੍ਰਾਂਸਫਰ ਕਰਵਾ ਚੁੱਕੇ ਹੋਏ ਹੋ ਤੇ ਐਸ ਸੱਚ ਕੋਈ ਘਾਟਾ ਨਹੀਂ ਹੈ। ਹਾਂ ਜਿਹੜਾ ਇੰਡੀਆ 'ਚ ਪੈਸਾ ਹੁੰਦਾ ਤੁਸੀਂ ਵਿਆਜ ਵਿਊਜ ਦੇ ਕੇ ਵਿਆਜ ਕਮਾ ਸਕਦੇ ਹੋ, ਉਹ ਗੱਲ ਵੱਖਰੀ ਹੈ, ਪਰ ਐਸ ਸੱਚ ਕੋਈ ਲਾਸ ਨਹੀਂ ਹੋਏਗਾ। ਪੈਸਾ ਉੱਥੇ ਤੁਹਾਡਾ ਸੇਫ ਹੈ। GIC ਸਰਟੀਫਿਕੇਟ 1 ਸਾਲ ਲਈ ਉੱਥੇ ਪੇਮੈਂਟ ਰਹਿੰਦੀ ਹੈ। ਜੇ ਸਾਲ ਤੱਕ ਤੁਸੀਂ ਕਲੇਮ ਨਹੀਂ ਕਰਦੇ ਹੋ ਤੇ ਉਹ ਆਟੋਮੈਟਿਕਲੀ ਤੁਹਾਨੂੰ ਰਿਫੰਡ ਕਰ ਦਿੰਦੇ ਹੈ। ਸੋ ਐਸ ਸੱਚ ਕੋਈ ਇੰਡੀਆ ਵਿੱਚ ਉਹ ਰਿਫੰਡ ਆਟੋਮੈਟਿਕਲੀ ਨਹੀਂ ਕਰਨਗੇ ਜਦੋਂ ਤੱਕ ਤੁਸੀਂ ਰਿਫੰਡ ਰਿਕੁਐਸਟ ਨਹੀਂ ਕਰੋਗੇ। ਔਰ ਰਿਫੰਡ ਰਿਕੁਐਸਟ ਕਰਨ ਲਈ ਈਦਰ ਰਿਫਿਊਜ਼ਲ ਚਾਹੀਦੀ ਹੈ ਜਾਂ ਕੋਈ ਹੋਰ ਮੈਡੀਕਲ ਰੀਜ਼ਨਸ ਚਾਹੀਦੇ ਹੈ, ਤਾਂ ਹੀ ਉਸ ਬੇਸ ਤੇ ਹੋ ਸਕਦਾ ਹੈ। ਸੋ ਜਨਵਰੀ ਸੈਸ਼ਨ ਹੁਣ ਆਲਮੋਸਟ ਕੈਨੇਡਾ ਦਾ ਨਿਕਲ ਚੁੱਕਾ ਹੋਇਆ ਹੈ। ਜੇ ਤੁਸੀਂ ਜਨਵਰੀ ਵਿੱਚ ਵੀ ਕਿਸੇ ਕਾਰਨ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਨਹੀਂ ਕਰ ਪਾਏ, ਕਿਉਂ ਵੀਜ਼ਾ ਰਿਫਿਊਜ਼ ਹੋ ਗਿਆ ਜਾਂ ਆਈਲੈਟਸ ਦੇ ਡਿਜ਼ਾਇਰਸ ਬੈਂਡ ਸਕੋਰ ਨਹੀਂ ਆਏ ਜਾਂ ਏਜੰਟ ਤੋਂ ਆਫਰ ਲੈਟਰ ਹੀ ਨਹੀਂ ਮੰਗਵਾ ਸਕਿਆ ਕੋਈ ਏਜੰਟ, ਤੇ ਮਈ 2016 ਸੈਸ਼ਨ ਹੁਣ ਦਾਖਲੇ ਸ਼ੁਰੂ ਹੋ ਚੁੱਕੇ ਹੈ। ਤੁਸੀਂ ਅਗਰ ਨਾਨ ਮੈਡੀਕਲ ਕੀਤਾ ਤੇ ਹਜੇ ਵੀ ਕੰਪਿਊਟਰ, IT ਔਰ ਇੰਜੀਨੀਅਰਿੰਗ ਪ੍ਰੋਗਰਾਮਸ ਮਈ ਸੈਸ਼ਨ ਵਾਸਤੇ ਆਪਾਂ ਤੁਹਾਨੂੰ ਦਾਖਲਾ ਕਰਵਾ ਸਕਦੇ। ਖਾਸ ਕਰ ਜਿਹੜੇ ਬੱਚੇ ਮਕੈਨੀਕਲ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ, ਕੰਪਿਊਟਰ ਇੰਜੀਨੀਅਰਿੰਗ ਵਰਗੇ ਪ੍ਰੋਗਰਾਮਸ ਚਾਹੁੰਦੇ ਆ, ਉਹ 15 ਦਸੰਬਰ ਤੋਂ ਪਹਿਲੇ ਆਪਣੇ ਦਾਖਲੇ ਕਰਵਾ ਲੈਣ, ਕਿਉਂਕਿ
ਇੰਜੀਨੀਅਰਿੰਗ ਦੇ ਪ੍ਰੋਗਰਾਮ ਮਈ ਸੈਸ਼ਨ ਵਿੱਚ ਸਿਰਫ 1 ਜਾਂ 2 ਕਾਲਜਸ ਵਿੱਚ ਹੈ। ਇਹ ਤੋਂ ਇਲਾਵਾ ਸਾਰਿਆਂ ਕੋਲ ਜਨਰਲ ਕੋਰਸਿਸ ਹੀ ਹੈ, ਜਿਵੇਂ ਕਿ ਬਿਜ਼ਨਸ ਹੋ ਗਿਆ, IT ਹੋ ਗਿਆ, ਸਿੰਪਲ ਕੰਪਿਊਟਰ ਦੇ ਕੋਰਸ ਹੋ ਗਏ। ਸੋ ਇਸ ਕਰਕੇ ਜੇ ਇੰਜੀਨੀਅਰਿੰਗ ਚਾਹੁੰਦੇ ਹੋ ਤੇ 15 ਦਸੰਬਰ ਤੋਂ ਪਹਿਲੇ ਆਪਣੀ ਫਾਈਲ ਪਿਰਾਮਿਡ ਈ ਸਰਵਿਸਿਜ਼ ਵਿੱਚ ਲਗਵਾਓ। ਮੈਂ ਵਾਅਦਾ ਕਰਦਾ ਕਿ ਟੋਰਾਂਟੋ ਸ਼ਹਿਰ ਵਿੱਚ, ਵੈਂਕੂਵਰ ਸ਼ਹਿਰ ਵਿੱਚ, ਐਬਟਸਫੋਰਡ ਦੇ ਵਿੱਚ, ਮੇਨ ਸ਼ਹਿਰਾਂ ਦੇ ਵਿੱਚ ਤੁਹਾਨੂੰ ਚੰਗੇ SPP ਕਾਲਜਾਂ ਦੇ ਵਿੱਚ ਆਪਾਂ ਦਾਖਲਾ ਕਰਵਾ ਸਕਦੇ ਹਾਂ। ਰਿਕੁਆਇਰਮੈਂਟ ਅਗੇਨ ਸੇਮ ਹੈ, 50% ਤੋਂ ਉੱਪਰ ਨੰਬਰ, 6 ਬੈਂਡ ਈਚ ਮੋਡਿਊਲ, 5.5 और 2014-15 पास आउट से जो ਤੁਸੀਂ ਇਹ ਰਿਕੁਆਇਰਮੈਂਟ ਮੀਟ ਅਪ ਕਰ ਰਹੇ ਹੋ, ਪਿਰਾਮਿਡ ਈ ਸਰਵਿਸਿਜ਼ ਦੇ ਫ੍ਰੀ ਵੀਜ਼ਾ ਹੈਲਪਲਾਈਨ 92563 92563 ਨੂੰ ਕਾਲ ਕਰਕੇ ਆਪਣੀ ਫਟਾਫਟ ਮਈ ਸੈਸ਼ਨ ਦੀ ਸੀਟ ਰਿਜ਼ਰਵ ਕਰਵਾਓ। ਜੇ ਕਿਸੇ ਕਾਰਨਵਸ਼ ਇੱਕ ਮੋਡਿਊਲ ਵਿੱਚ ਤੁਹਾਡਾ 5 ਬੈਂਡ ਰਹਿ ਗਿਆ ਹੈ ਤਾਂ ਵੀ ਆਪਾਂ ਜਨਰਲ ਸ਼੍ਰੇਣੀ ਅੰਦਰ ਫਾਈਲ ਲਗਾ ਸਕਦੇ ਹਾਂ। ਓਵਰਆਲ 6, ਇੱਕ ਮੋਡਿਊਲ ਵਿੱਚ 5। ਬਿਜ਼ਨਸ ਔਰ ਕੰਪਿਊਟਰ ਦੇ ਪ੍ਰੋਗਰਾਮਸ ਨਾਲ ਆਪਾਂ ਡਾਇਰੈਕਟਲੀ ਆਪਣੇ ਡਿਜ਼ਾਇਰਸ ਪ੍ਰੋਗਰਾਮ ਤੋਂ ਪੜ੍ਹਾਈ ਸ਼ੁਰੂ ਕਰ ਸਕਦੇ ਹਾਂ। ਸੋ ਇੱਕ ਮੋਡਿਊਲ 'ਚ 5 ਬੈਂਡ ਹੈ ਤਾਂ ਵੀ ਤੁਸੀਂ ਮਈ ਸੈਸ਼ਨ ਵਿੱਚ ਦਾਖਲਾ ਲੈ ਸਕਦੇ ਹੋ। ਇੱਕ ਆਖਰੀ ਸਵਾਲ ਕੈਨੇਡਾ ਵਾਸਤੇ ਮੈਂ ਪੁੱਛਣਾ ਚਾਹੂੰਗੀ, ਹੁਣ ਜਿਨ੍ਹਾਂ ਨੇ ਸੈਪਟੰਬਰ ਜਾਂ ਜਨ ਇਨਟੇਕ ਵਾਸਤੇ ਆਪਣੀ ਅਨਕੰਡੀਸ਼ਨਲ ਆਫਰ ਲੈਟਰਸ ਮੰਗਵਾਈਆਂ ਹੋ, ਕੰਡੀਸ਼ਨਲ ਆਫਰ ਲੈਟਰਸ ਮੰਗਵਾਈਆਂ ਹੋਈਆਂ ਸੀਗੀਆਂ, ਕਿਸੇ ਕਾਰਨਵਸ਼ ਉਹ ਜੇ ਫਿਲਹਾਲ ਇਹਨਾਂ ਇਨਟੇਕਸ ਦੇ ਵਿੱਚ ਕੰਡੀਸ਼ਨ ਉਹਨਾਂ ਦੀ ਫੁੱਲਫਿਲ ਨਹੀਂ ਹੋ ਪਈ, ਤੇ ਕੀ ਉਹ ਹੁਣ ਜਿਹੜਾ ਕੈਰੀ ਫਾਰਵਰਡ ਕਰ ਸਕਦੇ ਨੇ ਮੇਨ ਇਨਟੇਕ ਵਾਸਤੇ ਜਾਂ ਮੁੜ ਕੇ ਉਹਨਾਂ ਨੂੰ ਅਪਲਾਈ ਕਰਨਾ ਪਏਗਾ? ਬਹੁਤ ਅੱਛਾ ਸਵਾਲ ਪੁੱਛਿਆ ਤੁਸੀਂ ਛਵੀ ਜੀ। ਇਨਫੈਕਟ ਸ਼ੋ ਕਰਕੇ ਹੁਣ ਅੱਧੀ ਨੌਲੇਜ ਤੁਹਾਨੂੰ ਵੀ ਹੋ ਚੁੱਕੀ ਹੈ ਤੇ ਬਿਲਕੁਲ ਸਹੀ ਕਿਹਾ ਕਿ ਬਹੁਤ ਅੱਛਾ ਕੁਐਸਚਨ ਪੁੱਛਿਆ ਕਿ ਜ਼ਿਆਦਾਤਰ ਸਟੂਡੈਂਟਸ ਨੂੰ ਇਹੀ ਡਾਊਟ ਹੁੰਦਾ ਕਿ ਯਾਰ ਮੈਂ ਜਨਵਰੀ ਦੀ ਆਫਰ ਮੰਗਵਾਈ ਸੀ ਤੇ ਹੁਣ ਕੀ ਮੇਰਾ ਐਪਲੀਕੇਸ਼ਨ ਫੀਸ ਮਈ ਵਾਸਤੇ ਦੁਬਾਰਾ ਤੋਂ ਲੱਗੂਗੀ? ਬਿਲਕੁਲ ਲੱਗੂਗੀ। ਜੇ ਤੁਸੀਂ ਕਾਲਜ ਦੀ ਫੀਸ ਪੇ ਕਰ ਚੁੱਕੇ ਹੋ ਫਿਰ ਤਾਂ ਐਪਲੀਕੇਸ਼ਨ ਫੀਸ ਨਹੀਂ ਲੱਗੇਗੀ, ਪਰ ਜੇ ਕਾਲਜ ਦੀ ਫੀਸ ਪੇ ਨਹੀਂ ਕੀਤੀ ਸੀ ਔਰ ਤੁਸੀਂ ਹੁਣ ਡੈਫਰ ਕਰਵਾਉਣਾ ਚਾਹੁੰਦੇ ਹੋ ਜਨਵਰੀ ਤੋਂ ਮਈ, ਫਿਰ ਉਸ ਕੇਸ ਵਿੱਚ ਤੁਹਾਨੂੰ ਐਪਲੀਕੇਸ਼ਨ ਫੀਸ ਪੇ ਕਰਨੀ ਹੀ ਪਏਗੀ ਜੀ। ਸੋ ਦਰਸ਼ਕੋ, ਕੈਨੇਡਾ ਵਾਸਤੇ ਆਲਮੋਸਟ ਜਿਹੜੇ ਸਵਾਲ ਸੀ ਅਸੀਂ ਪੁੱਛਣ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਲੇਕਿਨ ਜੇ ਕੋਈ ਵੀ ਹੋਰ ਸਵਾਲ ਹੈ, ਕੋਈ ਕੁਐਰੀਜ਼ ਹੈ, ਉਸ ਦੇ ਲਈ ਤੁਸੀਂ ਪਿਰਾਮਿਡ ਈ ਸਰਵਿਸਿਜ਼ ਦੇ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਜਾਂ ਇਹਨਾਂ ਦੀ ਹੈਲਪਲਾਈਨ ਨੰਬਰ ਤੇ ਕਾਲ ਕਰ ਸਕਦੇ ਹੋ ਜਿਹੜੀ ਲਗਾਤਾਰ ਫਲੈਸ਼ ਹੋ ਰਹੀ ਹੈ ਸਾਡੀ ਟੀਵੀ ਸਕਰੀਨ ਤੇ। ਸੋ ਇਹ ਤੇ ਅਸੀਂ ਕੈਨੇਡਾ ਬਾਰੇ ਗੱਲ ਕੀਤੀ, ਲੇਕਿਨ ਹੁਣ ਜਿਹੜਾ ਅਸੀਂ ਨੇਬਰਿੰਗ ਕੰਟਰੀ ਬਾਰੇ ਗੱਲ ਕਰੀ ਯਾਨੀ ਕਿ USA ਬਾਰੇ, ਯੂਨਾਈਟਿਡ ਸਟੇਟ ਆਫ ਅਮਰੀਕਾ ਕਹਿੰਦੇ ਨੇ ਵਰਲਡ ਦੀ ਬੈਸਟ ਕੰਟਰੀ ਹੈ। ਜੇ ਉੱਥੇ ਤੁਹਾਨੂੰ ਪੜ੍ਹਨ ਜਾਣ ਦਾ ਮੌਕਾ ਮਿਲੇ ਤੇ ਉਹ ਮੌਕਾ ਕਿਹਨੂੰ ਨਹੀਂ ਚਾਹੀਦਾ, ਲੇਕਿਨ ਅੱਜ ਕੱਲ੍ਹ ਜਿਹੜੇ ਮੌਕਾ ਦੇਣ ਵਾਲੇ ਬੈਠੇ ਨੇ ਬੇਦੀ ਜੀ, ਉਹ ਆਮ ਤੌਰ ਤੇ ਇੱਦਾਂ ਬੈਠੇ ਨੇ ਕਿ US ਦਾ ਵੀਜ਼ਾ ਹੋ ਗਿਆ ਯਾਨੀ ਕਿ ਸਿੰਗਾਪੁਰ ਦਾ ਵੀਜ਼ਾ ਹੋ ਗਿਆ ਕਿ ਵਿਦਾਊਟ ਆਇਲਸ ਚਲੇ ਜਾਓ, 50% ਮਾਰਕਸ ਐਕਸੈਪਟੇਬਲ ਨੇ, ਗੈਪ ਐਕਸੈਪਟੇਬਲ ਹੈ। US ਜਿਹੜੀ ਇੰਗਲਿਸ਼ ਸਪੀਕਿੰਗ ਕੰਟਰੀ ਹੈ, ਵਰਲਡ ਦੀ ਬੈਸਟ ਕੰਟਰੀ ਹੈ, ਉਹ ਇਸ ਤਰ੍ਹਾਂ ਦੇ ਸਟੂਡੈਂਟਸ ਨੂੰ ਐਕਸੈਪਟ ਕਿਉਂ ਕਰੇਗੀ? ਦੇਖੋ, ਅਲਟੀਮੇਟਲੀ ਹਰ ਯੂਨੀਵਰਸਿਟੀ ਵਿੱਚ ਹਰ ਤਰ੍ਹਾਂ ਦਾ ਸਟੂਡੈਂਟ ਐਕਸੈਪਟੇਬਲ ਹੈ। ਕੈਨੇਡਾ ਵਿੱਚ ਇਦਾਂ ਕਿਉਂ ਨਹੀਂ ਹੁੰਦਾ? ਕਿਉਂਕਿ ਕੈਨੇਡਾ ਦੇ ਵਿੱਚ ਅੰਬੈਸੀ ਨੇ ਹੀ ਚੈੱਕਲਿਸਟ ਵਿੱਚ ਰਿਕੁਆਇਰਮੈਂਟ ਪਾਤੀ 6 ਬੈਂਡ ਹੋਊਗੇ ਤਾਂ ਵੀਜ਼ਾ ਮਿਲੂਗਾ, ਨਹੀਂ ਹੋਊਗੇ ਤਾਂ ਨਹੀਂ ਵੀਜ਼ਾ ਮਿਲੂਗਾ SPP ਦੇ ਅਧੀਨ। ਜੇ ਜਨਰਲ ਦੇ ਅਧੀਨ 5.5 ਤੇ ਜਾਂ ਓਵਰਆਲ 6 ਤੇ ਕੈਨੇਡਾ ਦਾ ਅਪਲਾਈ ਕਰਨਾ, ਇੱਕ ਮੋਡਿਊਲ 'ਚ 5 ਤੇ ਜਨਰਲ ਅਧੀਨ ਲੱਗੂਗਾ, ਪਰ ਪਰਸੈਂਟੇਜ 70 75 80% ਚਾਹੀਦੀ ਹੈ। ਮਤਲਬ ਕੇਸ ਅਕੈਡਮਿਕਲੀ ਸਟਰੋਂਗ ਹੋਣਾ ਚਾਹੀਦਾ ਜੇ ਆਇਲਟਸ ਵਿੱਚ ਨੰਬਰ ਘੱਟ ਹੈ। ਹੁਣ US ਦਾ ਜਿਹੜਾ ਪ੍ਰੋਸੈਸ ਹੈ ਉਹ ਇੰਟਰਵਿਊ ਬੇਸਡ ਹੈ। ਉਹਨਾਂ ਦੀ ਅੰਬੈਸੀ ਨੇ ਐਸ ਸੱਚ ਸਟੂਡੈਂਟ ਵੀਜ਼ੇ ਨੂੰ ਲੈ ਕੇ ਕਦੀ ਕੋਈ ਰਿਕੁਆਇਰਮੈਂਟ ਨਹੀਂ ਆਇਲਟਸ ਦੀ ਰਿਲੇਟਡ ਪਾਈ ਹੈ, ਉਹਨਾਂ ਨੇ ਯੂਨੀਵਰਸਿਟੀਜ਼ ਉੱਪਰ ਛੱਡਤਾ। ਹੁਣ ਬਹੁਤ ਸਾਰੀ ਐਸੇ US ਦੀ ਯੂਨੀਵਰਸਿਟੀਜ਼ ਹੈ ਜੋ ਕਿ ਇੰਗਲਿਸ਼ ਕੋਰਸ ਦੇ ਬੇਸਿਸ ਤੇ ਤੁਹਾਨੂੰ ਐਡਮਿਸ਼ਨ ਦੇ ਦਿੰਦੀਆਂ। ਫੋਰ ਐਗਜ਼ਾਮਪਲ, ਕਿਸੇ ਬੱਚੇ ਨੇ ਆਇਲਟਸ ਨਹੀਂ ਕੀਤੀ ਹੋਈ, ਉਹਨਾਂ ਨੇ ਤੁਹਾਨੂੰ 20 ਹਫ਼ਤੇ ਦਾ ਇੰਗਲਿਸ਼ ਕੋਰਸ ਦੇ ਦੇਣਾ, ਜਿਵੇਂ ਆਸਟ੍ਰੇਲੀਆ 'ਚ ਹੁੰਦਾ। ਸੋ 20 ਹਫ਼ਤੇ ਦਾ ਇੰਗਲਿਸ਼ ਕੋਰਸ ਦੇ ਦੇਣਾ ਫੋਲੋਡ ਬਾਈ ਦਾ ਮੇਨ ਡਿਗਰੀ। ਹੁਣ ਏਜੰਟ ਇਹ ਚੀਜ਼ ਦੱਸਦੇ ਨਹੀਂ ਹੈ ਇਸ ਮੰਚ ਤੇ ਆ ਕੇ, ਸ਼ੋਜ਼ ਤੇ ਆ ਕੇ, ਅਖਬਾਰਾਂ ਰਾਹੀਂ, ਰੇਡੀਓ ਰਾਹੀਂ, ਸਿਰਫ ਇਹ ਕਹਿੰਦੇ ਬਿਨਾਂ ਆਇਲਟਸ ਜਾਓ ਹੁਣ USA। ਪਰ ਅਲਟੀਮੇਟਲੀ ਜਿਹੜਾ ਵੀਜ਼ਾ ਮਿਲਣਾ ਹੈ ਉਹ ਵੀਜ਼ਾ ਆਫਿਸਰ ਨੇ ਦੇਣਾ ਹੈ ਔਰ ਵੀਜ਼ਾ ਆਫਿਸਰ ਨੇ ਵੀਜ਼ਾ ਇੰਟਰਵਿਊ ਲੈ ਕੇ ਦੇਣਾ ਹੈ। ਸੋ ਇੰਟਰਵਿਊ ਜਦੋਂ ਲਈ ਜਾਂਦੀ ਹੈ, ਬੱਚੇ ਨੂੰ ਰਿਫਿਊਜ਼ ਕਰ ਦਿੱਤਾ ਜਾਂਦਾ ਹੈ ਕਿ ਤੁਹਾਡੀ ਕੈਪੇਬਿਲਿਟੀ ਨਹੀਂ ਹੈ USA ਵਿੱਚ ਜਾ ਕੇ ਪੜ੍ਹਨ ਦੀ। ਜਦੋਂ ਰਿਫਿਊਜ਼ਲ ਲੈਟਰ ਆਉਂਦੀ ਏਜੰਟ ਕੋਲ, ਉਹ ਰਿਫਿਊਜ਼ਲ ਲੈਟਰ ਲੈ ਕੇ ਜਾਈ ਜਾਂਦੀ। ਏਜੰਟ ਕਹਿੰਦਾ ਤੁਸੀਂ ਦੇਖੋ ਤਾਂ ਆਪਾਂ ਤੁਹਾਡੀ ਤਾਂ I-20 ਮੰਗਵਾਤੀ ਸੀ, ਆਪਾਂ ਤੁਹਾਨੂੰ ਤਿਆਰ ਵੀ ਕਰਤਾ ਸੀ, ਤੁਹਾਡੀ ਗਲਤੀ ਹੈ ਕਿ ਤੁਸੀਂ ਇੰਟਰਵਿਊ ਕਲੀਅਰ ਨਹੀਂ ਕਰ ਪਾਏ, ਤੁਹਾਡੀ ਗਲਤੀ ਹੈ ਕਿ ਤੁਸੀਂ ਵੀਜ਼ਾ ਆਫਿਸਰ ਸਾਹਮਣੇ ਚੰਗੀ ਤਰ੍ਹਾਂ ਬੋਲ ਨਹੀਂ ਪਾਏ, ਤੁਹਾਡੀ ਗਲਤੀ ਹੈ ਕਿ ਤੁਸੀਂ ਉਹਨੇ ਇੰਪ੍ਰੈਸ ਨਹੀਂ ਕਰ ਪਾਏ, ਆਪਾਂ ਤਾਂ ਆਪਣਾ ਸਾਰਾ ਕੰਮ ਕਰਤਾ। ਔਰ ਇਸ ਕਰਕੇ ਸਾਡੀ ਜਿਹੜੀ ਫੀਸ ਹੈ ਲੱਖ ਰੁਪਈਆ, 2 ਲੱਖ ਰੁਪਈਆ, ਮੰਗਣ ਵਾਲੇ ਤਾਂ 20 ਲੱਖ ਰੁਪਈਆ ਵੀ ਮੰਗੀ ਜਾਂਦੇ ਆ। ਸੋ ਲੱਖ ਰੁਪਈਆ, 2 ਲੱਖ ਰੁਪਈਆ, ਜਿੰਨੀ ਵੀ ਫੀਸ ਹੈ ਉਹ ਆਪਾਂ ਹੁਣ ਲੈਣੀ ਹੈ, ਬਿਕੋਜ਼ ਇਹ ਤੁਹਾਡੀ ਗਲਤੀ ਹੈ। ਸੋ USA ਨਹੀਂ ਹੈ, ਉਹ ਤੁਹਾਡੀ ਗਲਤੀ ਹੈ। USA ਬੇਸਿਕਲੀ ਇੱਕ ਪ੍ਰੋਸੈਸਿੰਗ ਫੀਸ ਇਕੱਠੀ ਕਰਨ ਲਈ ਏਜੰਟਸ ਨੇ ਇਹਨੂੰ ਸਿੰਗਾਪੁਰ ਦੇ ਨਾਲ ਲਿਆ ਕੇ ਖੜਾ ਕਰ ਦਿੱਤਾ ਹੈ, ਸਾਈਪਰਸ ਦੇ ਨਾਲ ਲਿਆ ਕੇ ਖੜਾ ਕਰ ਦਿੱਤਾ ਹੈ, ਪਰ ਅਲਟੀਮੇਟਲੀ
USA ਦਾ ਵੀਜ਼ਾ ਡਿਜ਼ਾਇਰਸ ਕੈਂਡੀਡੇਟਸ ਨੂੰ ਹੀ ਮਿਲ ਸਕਦਾ ਹੈ, ਡਿਜ਼ਰਵਿੰਗ ਕੈਂਡੀਡੇਟਸ ਨੂੰ ਹੀ ਮਿਲ ਸਕਦਾ ਹੈ। ਸੋ ਡਿਜ਼ਾਇਰ ਜੇ ਤੁਸੀਂ ਕਰਦੇ ਹੋ ਤੇ ਡਿਜ਼ਰਵ ਵੀ ਤੁਹਾਨੂੰ ਕਰਨਾ ਆਉਣਾ ਚਾਹੀਦਾ ਹੈ। USA ਦਾ ਵੀਜ਼ਾ ਵਿਦਆਊਟ ਇੰਟਰਵਿਊ ਨਹੀਂ ਮਿਲੇਗਾ, ਵਿਦਆਊਟ ਗੁੱਡ ਅਕੈਡਮਿਕਸ, ਵਿਦਆਊਟ ਆਇਲਟਸ ਨਹੀਂ ਮਿਲੇਗਾ ਜੀ। ਤੇ ਜੇ ਅਸੀਂ ਪਿਰਾਮਿਡ ਈ ਸਰਵਿਸਿਜ਼ ਦੀ ਗੱਲ ਕਰਦੇ ਹਾਂ ਵਿਧੀ ਜੀ, ਕਿ US ਦਾ ਜਿਹੜੀ ਵੀ ਹੁਣ ਪ੍ਰੋਸੈਸ ਕਰਾਉਣਾ ਚਾਹੁੰਦਾ ਆਪਣੀ ਫਾਈਲ, ਤੁਸੀਂ ਕਿਸ ਤਰ੍ਹਾਂ ਨਾਲ ਉਹਨਾਂ ਨੂੰ ਇੰਟਰਵਿਊ ਦੀ ਪ੍ਰੀਪਰੇਸ਼ਨ ਕਰਾਉਂਦੇ ਹੋ? ਸੋ USA ਦੀ ਆਪਾਂ ਜਦੋਂ ਗੱਲ ਕਰੀਏ ਤਾਂ USA ਦਾ ਆਪਾਂ ਪ੍ਰੋਸੈਸ ਬਹੁਤ ਸੋਚ ਸਮਝ ਕੇ 6 ਮਹੀਨੇ ਦੀ ਮਿਹਨਤ ਮੁਸ਼ੱਕਤ ਤੋਂ ਬਾਅਦ ਸ਼ੁਰੂ ਕੀਤਾ। ਪਿਰਾਮਿਡ ਈ ਸਰਵਿਸਿਜ਼ ਨੇ USA ਦੀ ਸਰਟੀਫਿਕੇਸ਼ਨ ਬੋਡੀ ਹੈ, AIRC, ਅਮਰੀਕਾ ਇੰਟਰਨੈਸ਼ਨਲ ਰੈਗੂਲੇਟਰੀ ਕਾਉਂਸਲ ਬੋਡੀ ਹੈ, ਜੋ ਕਿ USA ਦੇ ਵਿੱਚ ਏਜੰਟਸ ਨੂੰ ਸਰਟੀਫਾਈ ਕਰਦੀ ਹੈ ਔਰ ਉਹ ਏਜੰਟਸ ਨੂੰ ਯੂਨੀਵਰਸਿਟੀਜ਼ ਦੇ ਨਾਲ ਕੰਮ ਕਰਨ ਲਈ ਇਨਵਾਈਟ ਕਰਦੀ ਹੈ। ਸੋ ਇਹਨਾਂ ਦੇ ਨਾਲ ਆਪਾਂ ਸਰਟੀਫਿਕੇਸ਼ਨ ਪ੍ਰੋਸੈਸ ਸ਼ੁਰੂ ਕੀਤਾ, ਉਸ ਤੋਂ ਬਾਅਦ ਹੀ ਆਪਾਂ US ਯੂਨੀਵਰਸਿਟੀਜ਼ ਨੂੰ ਪ੍ਰਮੋਟ ਕਰਨਾ ਸ਼ੁਰੂ ਕੀਤਾ। ਇਸ ਕਰਕੇ USA ਜੇ ਕਰਨਾ ਹੈ ਤੇ ਉਹਨਾਂ ਕੰਸਲਟੈਂਟਸ ਕੋਲ ਕਰੋ ਜਿਨ੍ਹਾਂ ਦੇ ਕੋਲ ਯੂਨੀਵਰਸਿਟੀਜ਼ ਦੇ ਡਾਇਰੈਕਟ ਟਾਈ ਅਪ ਹੈ, ਜਿਹੜੇ ਸਰਟੀਫਿਕੇਸ਼ਨ ਪ੍ਰੋਸੈਸ ਤੋਂ ਨਿਕਲ ਚੁੱਕੇ ਹੈ ਔਰ USA ਦੇ ਵਿੱਚ ਪਹਿਲੇ ਫੀਸ ਨਹੀਂ ਜਾਂਦੀ। I-20 ਜਾਂ ਤਾਂ ਜ਼ਿਆਦਾਤਰ ਫ੍ਰੀ ਆਫ ਕਾਸਟ ਹੈ, ਅਗਰ ਹੈ ਵੀ ਤੇ 2500 ਰੁਪਏ ਤੋਂ ਲੈ ਕੇ 7500 ਰੁਪਏ ਤੱਕ ਇਹਦਾ ਖਰਚਾ ਕੁੱਲ ਆਂਦਾ ਹੈ। ਇਸ ਰਾਹੀਂ ਤੁਸੀਂ USA ਵਿੱਚ ਅਪਲਾਈ ਕਰ ਸਕਦੇ ਹੋ ਔਰ ਐਮਬੈਸੀ ਫੀਸ 8-10 ਹਜ਼ਾਰ ਰੁਪਈਆ, ਸਰਵਿਸ ਫੀਸ 8-10 ਹਜ਼ਾਰ ਰੁਪਈਆ, ਕੁੱਲ 23,000 ਰੁਪਈਆ ਪਹਿਲੇ ਲੱਗਦਾ ਹੈ। ਸੋ ਟੋਟਲ 30 ਤੋਂ 40,000 ਰੁਪਈਆ USA ਦਾ ਅਪਲਾਈ ਕਰਨ ਦਾ ਖਰਚਾ ਹੈ। ਲੱਖਾਂ ਰੁਪਏ ਦੇਣ ਦੀ ਕੋਈ ਵੀ ਲੋੜ ਨਹੀਂ ਹੈ। ਵੀਜ਼ਾ ਲੱਗਣ ਤੋਂ ਬਾਅਦ ਕਾਲਜ ਅਤੇ ਯੂਨੀਵਰਸਿਟੀ ਆਪਣੀ ਫੀਸ ਦੀ ਡਿਮਾਂਡ ਕਰਦੀ ਹੈ ਔਰ ਫੀਸ ਡਾਇਰੈਕਟਲੀ ਕਾਲਜ ਨੂੰ ਔਰ ਯੂਨੀਵਰਸਿਟੀ ਨੂੰ ਜਾਂਦੀ ਹੈ। ਇੰਟਰਵਿਊ ਪ੍ਰੈਪਰੇਸ਼ਨ ਦੇ ਕਰਕੇ ਜੇ ਤੁਹਾਡੇ ਤੋਂ ਕੋਈ ਏਜੰਟ ਲੱਖਾਂ ਰੁਪਏ ਲੈ ਰਿਹਾ ਹੈ ਤੇ 5,000 ਰੁਪਏ ਦੀ 3,000 ਰੁਪਏ ਦੀ ਇੰਟਰਵਿਊ ਪ੍ਰੈਪਰੇਸ਼ਨ ਕਲਾਸਿਸ ਕਿਸੇ ਵੀ ਇੰਗਲਿਸ਼ ਟ੍ਰੇਨਿੰਗ ਇੰਸਟੀਚਿਊਟ ਤੋਂ ਜਾ ਕੇ ਲੈ ਲਓ, ਉਹਦੇ ਨਾਲ ਤੁਹਾਡਾ ਲੱਖ 2-2 ਲੱਖ ਰੁਪਏ ਬਚ ਜਾਊਗਾ। ਲੋਕਾਂ ਨੂੰ 10 ਲੱਖ 15 ਲੱਖ 20 ਲੱਖ ਰੁਪਈਆ ਦੇਣ ਤੋਂ ਬਚੋ। ਐਦਾਂ ਵੀਜ਼ਾ USA ਦਾ ਨਹੀਂ ਆਂਦਾ। ਜੀ ਬਿਲਕੁਲ ਦਰਸ਼ਕੋ, ਯਾਨੀ ਕਿ ਪਿਰਾਮਿਡ ਈ ਸਰਵਿਸਿਜ਼ ਵੱਲੋਂ ਇਸ ਸ਼ੋਅ ਦੇ ਵਿੱਚ ਤੁਹਾਨੂੰ ਕਾਫੀ ਡੂੰਘੀ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਹੜੀ ਕਿ ਤੁਹਾਡੇ ਬਾਹਰ ਜਾਣ ਦੇ ਡਿਸੀਜਨ ਨੂੰ ਹੋਰ ਸਟਰੋਂਗ ਬਣਾਏਗੀ। US ਦੀ ਗੱਲ ਕਰਦੇ ਤੁਸੀਂ ਥਾਂ ਦਾ ਐਡਸ ਦੇਖਦੇ ਹੋ, ਪੇਪਰਸ ਦੇ ਵਿੱਚ ਦੇਖਦੇ ਹੋ, ਕੰਸਲਟੈਂਟਸ ਜਾਂ ਏਜੰਟਸ ਨੂੰ ਮਿਲਦੇ ਹੋ। ਸੋ ਕਿੰਨੀ ਕੁ ਸੱਚਾਈ ਹੈ US ਦੇ ਸਟੱਡੀ ਵੀਜ਼ਾ ਦੇ ਵਿੱਚ, ਇਹ ਅਸੀਂ ਤੁਹਾਨੂੰ ਅੱਜ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਸੋ ਦਰਸ਼ਕੋ, ਹੁਣ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਕੁਝ ਇੱਦਾਂ ਦੇ ਸਟੂਡੈਂਟਸ ਦੇ ਨਾਲ ਜਿਨ੍ਹਾਂ ਨੇ ਪਿਰਾਮਿਡ ਈ ਸਰਵਿਸਿਜ਼ ਦੇ ਵਿੱਚ ਆ ਕੇ ਆਪਣੇ ਬਾਹਰ ਜਾਣ ਦੇ ਸੁਪਨੇ ਨੂੰ ਬਖੂਬੀ ਤਰੀਕੇ ਨਾਲ ਸਾਕਾਰ ਕੀਤਾ ਹੈ। ਲੈਟਸ ਟੇਕ ਅ ਲੁੱਕ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਿਮਰਨ ਸਿੰਘ ਹੈ ਤੇ ਮੈਂ ਬਲਾਚੌਰ ਤੋਂ ਆਇਆ ਹੋਇਆ, ਡਿਸਟ੍ਰਿਕਟ SBS ਨਗਰ ਤੋਂ। ਮੈਨੂੰ ਇੱਕ ਪਿਰਾਮਿਡ ਈ ਸਰਵਿਸਿਜ਼ ਬਾਰੇ ਇੱਕ ਟੀਚਰ ਤੋਂ ਪਤਾ ਲੱਗਿਆ ਤੇ ਉਹਨਾਂ ਨੇ ਮੈਨੂੰ ਫੋਰਸ ਕੀਤਾ ਕਿ ਤੂੰ ਉੱਥੇ ਜਾ ਕੇ ਆਪਣੀ ਕੋਰਸ ਬਾਰੇ ਪਤਾ ਕਰ। ਤੇ ਮੈਂ ਇਹਨਾਂ ਕੋਲ ਆਇਆ ਤੇ ਮਿਸ ਨਤਾਸ਼ਾ ਮੈਮ, ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਤੇ ਇਸ ਲਈ ਮੈਂ ਉਹਨਾਂ ਦੇ ਕਰਕੇ ਹੀ ਮੈਂ ਆਪਣੇ ਕਾਲਜ ਮੋਹੋਕ ਕਾਲਜ ਅਪਲਾਈ ਕੀਤਾ ਤੇ ਇੱਕ ਕੋਰਸ ਜਿਸ ਤੋਂ ਮੈਂ ਪਹਿਲਾਂ ਤੋਂ ਹੀ ਮੈਨੂੰ ਵਧੀਆ ਲੱਗਦਾ ਸੀ, ਜੈਸੇ ਬਿਜ਼ਨਸ ਫਾਈਨੈਂਸ਼ੀਅਲ ਸਰਵਿਸਿਜ਼। ਤੇ ਇਸ ਕੋਰਸ ਵਿੱਚ ਮੈਂ ਅਪਲਾਈ ਕੀਤਾ ਤੇ ਮੇਰਾ ਵੀਜ਼ਾ 7 ਦਿਨਾਂ ਦੇ ਵਿੱਚ ਆ ਗਿਆ। ਤੇ ਮੈਂ ਪਿਰਾਮਿਡ ਈ ਸਰਵਿਸਿਜ਼ ਦਾ ਤੇ ਮਿਸਟਰ ਬਬਨੂਰ ਸਿੰਘ ਬੇਦੀ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਉਹ ਬੱਚਿਆਂ ਦੇ ਭਵਿੱਖ ਬਣਾਉਣ ਵਿੱਚ ਉਹਨਾਂ ਦੀ ਮਦਦ ਕਰਦੇ ਨੇ। ਇਹ ਹੈ ਜੀ ਮੇਰਾ ਵੀਜ਼ਾ। My name is Rohit Sood. I belong to Moga city and I am going for Canada in Sheridan College for my further future, and I am very happy with Pyramid E services, and from here I got so much knowledge and I am very happy with staff, and the staff over there is very polite, and I am very thankful to Pyramid E services, and this is my visa for Canada. Thank you so much. My name is Kulvinder Kaur and I am from village Khalwara. One of my friend told me about Pyramid E services. She got her visa within 20 days. So I came here and I consulted with Natasha ma'am, and after that she guided me for my course, and I chose computer science in University of Fraser Valley, and I got my visa within 8 days, and I really very thankful to Pyramid E services. Thank you. ਮੈਂ ਪਹਿਲੀ ਵਾਰ ਇੱਥੇ ਜਦੋਂ ਆਇਆ ਆਪਣੇ ਪਿਰਾਮਿਡ 'ਚ ਤੇ ਅਪਲਾਈ ਕੀਤਾ ਤੇ ਬੜਾ ਚੰਗਾ ਲੱਗਾ। ਦਫ਼ਤਰ ਦਾ ਸਟਾਫ, ਕੋਆਪਰੇਟਿਵ ਸਟਾਫ ਐਂਡ ਪਿਰਾਮਿਡ ਫਰਮ ਜੋ ਬੜਾ ਈਜ਼ੀਲੀ ਅਪਰੋਚੇਬਲ ਹੈ ਔਰ ਬੜਾ ਵਧੀਆ ਕੰਮ ਕਰਦੀ ਹੈ ਔਰ ਬੱਚਿਆਂ ਨੂੰ ਵੀ ਸਹੀ ਗਾਈਡ ਕਰਦੀ ਹੈ ਔਰ ਕੋਈ ਵੀ ਇਸ 'ਤੇ ਕਿਸੇ ਤਰ੍ਹਾਂ ਫਰਾਡ ਨਹੀਂ ਹੁੰਦਾ। ਬੱਚਿਆਂ ਨੂੰ ਸਹੀ ਗਾਈਡ ਕਰਕੇ ਔਰ ਸਹੀ ਵੀਜ਼ਾ ਦੇ ਦਿੰਦੀ ਹੈ। ਥੈਂਕ ਯੂ। My name is Jasmine Kaur and I have got my visa within only 6 working days, and I came to know about this Pyramid services from advertisement in newspaper and also in television, and I'm very thankful to all the team members of the Pyramid services for giving me such support and for my visa, Canada visa. Thank you. ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਕੀਰਤ ਸਿੰਘ ਹੈ ਤੇ ਪਿੰਡ ਕੋਰੇਵਾਲਾ, ਡਿਸਟ੍ਰਿਕਟ ਮੋਗਾ। ਮੈਨੂੰ ਪਿਰਾਮਿਡ ਬਾਰੇ ਆਪਣੇ ਫਰੈਂਡ ਤੋਂ ਜਾਣਕਾਰੀ ਮਿਲੀ ਸੀ
ਤੇ ਇਹਨਾਂ ਨੇ ਬਹੁਤ ਕੋਆਪਰੇਟ ਕੀਤਾ ਤੇ ਮੇਰਾ ਵੀਜ਼ਾ 7 ਦਿਨ ਦੇ ਅੰਦਰ ਆ ਗਿਆ ਸੀ ਤੇ ਇਹ ਹੈ ਜੀ ਮੇਰਾ ਵੀਜ਼ਾ। ਮੇਰਾ ਕੋਰਸ ਹੈਗਾ ਕੰਪਿਊਟਰ ਸਿਸਟਮ ਟੈਕਨੀਸ਼ੀਅਨ ਦਾ, ਮੋਹਾਕ ਕਾਲਜ ਹੈਮਿਲਟਨ ਦੇ ਵਿੱਚ। तो दोस्तों ਇਹ ਸਨ ਕੁਝ ਇਦਾਂ ਦੇ ਐਕਸਪੀਰੀਐਂਸਸ, ਉਹਨਾਂ ਦੀ ਕਹਾਣੀ, ਉਹਨਾਂ ਦੀ ਜ਼ੁਬਾਨੀ, ਜਿਨ੍ਹਾਂ ਨੇ ਆਪਣੇ ਬਾਹਰ ਜਾਣ ਦੇ ਸੁਪਨੇ ਨੂੰ ਸਾਕਾਰ ਕੀਤਾ ਪਿਰਾਮਿਡ ਈ ਸਰਵਿਸਿਜ਼ ਦੀਆਂ ਸਰਵਿਸਿਜ਼ ਨੂੰ ਲੈ ਕੇ। ਸੋ ਤੁਸੀਂ ਵੀ ਇਹਨਾਂ ਵਾਂਗ ਲੱਕੀ ਹੋ ਸਕਦੇ ਹੋ ਜੇ ਤੁਸੀਂ ਸਹੀ ਰਾਹ ਚੁਣੋਗੇ। ਤੁਸੀਂ ਵੀ ਪਿਰਾਮਿਡ ਈ ਸਰਵਿਸਿਜ਼ ਦੇ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਇਹਨਾਂ ਦੇ ਐਡਰੈਸ, ਫੋਨ ਨੰਬਰ, ਈਮੇਲ ਆਈਡੀ ਲਗਾਤਾਰ ਫਲੈਸ਼ ਹੋ ਰਹੇ ਨੇ ਸਾਡੀ ਟੀਵੀ ਸਕਰੀਨ ਤੇ। ਹੈਲਪਲਾਈਨ ਨੰਬਰ ਲਗਾਤਾਰ ਫਲੈਸ਼ ਹੋ ਰਿਹਾ, ਤੁਸੀਂ ਇੱਥੇ ਹੁਣੇ ਕਾਲ ਕਰ ਸਕਦੇ ਹੋ ਤੇ ਅਪਾਇੰਟਮੈਂਟ ਲੈ ਕੇ ਇਹਨਾਂ ਦੇ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਸੋ ਹੁਣ ਅਸੀਂ ਯੂਐਸ ਬਾਰੇ ਗੱਲ ਕਰਾਂਗੇ। ਨਾਓ ਆਈ ਵਾਂਟ ਟੂ ਮੂਵ ਔਨ ਨਿਊਜ਼ੀਲੈਂਡ, ਕਿਉਂਕਿ ਨਿਊਜ਼ੀਲੈਂਡ ਕਾਫੀ ਕੰਟਰੋਵਰਸੀ ਦੇ ਵਿੱਚ ਰਿਹਾ ਹੈ। 24 ਅਕਤੂਬਰ ਤੋਂ ਨਿਊਜ਼ੀਲੈਂਡ ਦਾ ਰੂਲ ਚੇਂਜ ਹੋ ਚੁੱਕਾ ਸੀ ਬੇਦੀ ਜੀ ਕਿ 24 ਅਕਤੂਬਰ ਤੋਂ ਬਾਅਦ ਜਿਹੜਾ ਵਿਦਆਊਟ ਐਜ਼ ਅਪਲਾਈਡ ਕੋਈ ਨਹੀਂ ਕਰ ਸਕਦਾ। ਲੇਕਿਨ 24 ਅਕਤੂਬਰ ਦਾ ਲਾਹਾ ਲੈ ਕੇ ਇੰਨੀਆਂ ਫਾਈਲਾਂ ਲੱਗ ਗਈਆਂ ਨੇ ਵਿਦਆਊਟ ਐਜ਼ ਨਿਊਜ਼ੀਲੈਂਡ ਦੇ ਵਿੱਚ। ਬਿਲਕੁਲ 8000 ਬਹੁਤ ਵੱਡੀ ਫਿਗਰ ਹੈ। ਤੁਹਾਨੂੰ ਕੀ ਲੱਗਦਾ ਕਿ ਇਹਦਾ ਰਿਜ਼ਲਟ ਹੁਣ ਕੀ ਸੋ ਸਾਹਮਣੇ ਵਿਦਆਊਟ ਆਏਗਾ? ਆਇਲਟਸ ਤਾਂ ਜੋ ਰਿਜ਼ਲਟ ਇਸ ਵੇਲੇ ਐਮਬੈਸੀ ਦਿਖਾ ਰਹੀ ਹੈ, ਉਹ ਕਹਿੰਦੇ ਨਾ ਮਾਰਨਿੰਗ ਸ਼ੋਜ਼ ਦਾ ਡੇ। ਸੋ ਜੋ ਰਿਜ਼ਲਟ ਇਸ ਵੇਲੇ ਐਮਬੈਸੀ ਦਿਖਾ ਰਹੀ ਹੈ ਉਹ ਤਾਂ ਦੁੱਖ ਭਰਿਆ ਹੀ ਹੈ, ਬਿਕੋਜ਼ ਕੋਈ ਵੀਜ਼ਾਜ਼ ਇੰਨੇ ਖਾਸ ਨਹੀਂ ਆ ਰਹੇ ਹੈ। ਪਰ ਹਾਂ, ਜਿਹੜੇ ਬੱਚੇ ਇੰਟਰਵਿਊਜ਼ ਕਲੀਅਰ ਕਰ ਰਹੇ ਆ, ਜਿਨ੍ਹਾਂ ਦੀ ਟ੍ਰੇਨਿੰਗ ਪ੍ਰੋਪਰ ਹੋਈ ਹੈ, ਉਹਨਾਂ ਦੇ ਵੀਜ਼ੇ ਆ ਸਕਦੇ ਆ। ਮੂਵਿੰਗ ਫਾਰਵਰਡ, ਜੇ ਤੁਸੀਂ 12ਵੀਂ ਕੀਤੀ ਹੋਈ ਹੈ ਤੇ ਸਿਰਫ 2 ਸਾਲ ਦੀ ਪੜ੍ਹਾਈ ਤੁਹਾਨੂੰ ਨਿਊਜ਼ੀਲੈਂਡ ਜਾ ਕੇ ਕਰਨੀ ਪਏਗੀ। ਉਸ ਤੋਂ ਬਾਅਦ ਤੁਹਾਨੂੰ ਜੌਬ ਸਰਚ ਵੀਜ਼ਾ ਮਿਲ ਜਾਏਗਾ ਔਰ ਰਿਲੇਟਡ ਫੀਲਡ ਵਿੱਚ ਜੌਬ ਕਰਨ ਦੇ ਨਾਲ ਅੱਗੇ ਵਰਦਰ ਵਰਕ ਪਰਮਿਟ ਔਰ ਪੀਆਰ ਮਿਲ ਜਾਏਗੀ। ਐਟ ਦ ਸੇਮ ਟਾਈਮ ਤੁਸੀਂ 2 ਸਾਲ ਦੀ ਸਟੱਡੀ ਦਾ ਖਰਚਾ, ਪਹਿਲੇ ਸਾਲ ਦੀ ਸਟੱਡੀ ਦਾ ਖਰਚਾ ਰਫਲੀ 8 ਤੋਂ 10 ਲੱਖ ਰੁਪਈਆ ਹੈ ਔਰ ਦੂਸਰੇ ਸਾਲ ਦੀ ਸਟੱਡੀ ਦਾ ਖਰਚਾ 4 ਤੋਂ 6 ਲੱਖ ਰੁਪਈਆ ਹੈ। ਸੋ ਕੁੱਲ 15-16 ਲੱਖ ਰੁਪਏ 'ਚ ਲੋਕਾਂ 'ਚ ਹੋਊਗਾ ਛਵੀ ਜੀ ਕਿ ਨਿਊਜ਼ੀਲੈਂਡ ਵਿੱਚ ਖਰਚਾ ਬਹੁਤ ਜ਼ਿਆਦਾ ਆ ਜਾਂਦਾ ਹੈ। ਤੁਸੀਂ ਕਿਸੇ ਵੀ ਕੰਟਰੀ ਨੂੰ ਪਿਕ ਕਰਕੇ ਦੇਖ ਲਓ, ਅਗਰ ਤੁਸੀਂ ਆਸਟ੍ਰੇਲੀਆ ਜਾਂਦੇ ਹੋ ਤਾਂ ਰਫਲੀ 10 ਤੋਂ 12 ਲੱਖ ਰੁਪਏ ਸਾਲ ਦਾ ਖਰਚਾ, ਔਰ 12ਵੀਂ ਪਾਸ ਬੱਚੇ ਨੂੰ ਘੱਟ ਤੋਂ ਘੱਟ 3 ਸਾਲ ਦੀ ਡਿਗਰੀ ਕਰਨੀ ਪੈਂਦੀ। ਸੋ ਰਫਲੀ 35-40 ਲੱਖ ਰੁਪਈਆ ਆਸਟ੍ਰੇਲੀਆ 'ਚ ਖਰਚਾ ਆ ਜਾਂਦਾ ਹੈ। ਤੁਸੀਂ ਯੂਐਸਏ ਦੇਖ ਲਓ, ਯੂਐਸਏ ਵਿੱਚ 4 ਸਾਲ ਦੀ ਡਿਗਰੀ ਹੈ ਔਰ 10 ਤੋਂ 15 ਲੱਖ ਰੁਪਈਆ 1 ਸਾਲ ਦਾ ਖਰਚਾ ਹੈ ਘੱਟ ਤੋਂ ਘੱਟ। ਸੋ ਰਫਲੀ 50 ਲੱਖ ਰੁਪਈਆ ਯੂਐਸਏ ਵਿੱਚ ਖਰਚਾ ਆ ਜਾਂਦਾ, ਜਿੱਥੇ ਨਿਊਜ਼ੀਲੈਂਡ ਵਿੱਚ ਤੁਸੀਂ ਹਾਰਡਲੀ 15-16 ਲੱਖ ਰੁਪਈਆ ਕਰਕੇ ਅੱਗੇ ਫਰਦਰ ਜੌਬ ਸਰਚ ਵੀਜ਼ਾ ਔਰ ਪੀਆਰ ਵਾਲੇ ਪਾਸੇ ਤੁਸੀਂ ਪੈ ਸਕਦੇ ਹੋ। ਔਰ ਗ੍ਰੈਜੂਏਟ ਸਟੂਡੈਂਟਸ ਲਈ ਤਾਂ ਹੋਰ ਵੀ ਚੰਗੀ ਗੱਲ ਹੈ, ਕਿਉਂਕਿ ਸਿਰਫ 1 ਸਾਲ ਦੀ ਪੜ੍ਹਾਈ ਹੀ ਉਹਨਾਂ ਨੂੰ ਕਰਨੀ ਪਏਗੀ। ਸੋ ਲੈਵਲ 7, ਲੈਵਲ 8, ਲੈਵਲ 9 ਦੇ ਪ੍ਰੋਗਰਾਮਸ ਤੇ ਗ੍ਰੈਜੂਏਟ ਸਟੂਡੈਂਟਸ ਜਾ ਸਕਦੇ ਆ। 3 ਸਾਲ ਦਾ ਗੈਪ ਵੀ ਐਕਸੈਪਟੇਬਲ ਰਹੇਗਾ। ਸਾਲ ਦੀ ਪੜ੍ਹਾਈ ਤੋਂ ਬਾਅਦ ਅੱਗੇ ਫਰਦਰ ਤੁਸੀਂ ਸਾਲ ਦਾ ਜੌਬ ਸਰਚ ਵੀਜ਼ਾ ਔਰ ਪੀਆਰ ਅੱਗੇ ਫਰਦਰ ਹਾਸਲ ਕਰ ਸਕਦੇ ਹੋ। 12ਵੀਂ ਕੀਤੀ ਹੈ, ਓਵਰਆਲ 5.5 ਬੈਂਡ, ਈਚ ਮੋਡਿਊਲ 5 ਬੈਂਡ ਤੁਹਾਨੂੰ ਜ਼ਰੂਰਤ ਪਏਗੀ। ਔਰ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੇ ਓਵਰਆਲ 6, 1 ਜਾਂ 2 ਮੋਡਿਊਲ ਵਿੱਚ ਅਗਰ 5 ਵੀ ਹੈ ਤਾਂ ਵੀ ਐਕਸੈਪਟੇਬਲ ਰਹਿਣਗੇ। ਔਰ ਐਟ ਦ ਸੇਮ ਟਾਈਮ ਫੰਡਸ 12ਵੀਂ ਪਾਸ ਬੱਚੇ ਨੂੰ 22 ਤੋਂ 24 ਲੱਖ ਰੁਪਏ ਸ਼ੋਅ ਕਰਨੇ ਪੈਣਗੇ ਔਰ ਗ੍ਰੈਜੂਏਟ ਸਟੂਡੈਂਟ ਨੂੰ ਰਫਲੀ 15 ਲੱਖ ਰੁਪਏ ਸ਼ੋਅ ਕਰਨੇ ਪੈਣਗੇ। ਇੱਕ ਦਿਨ ਪੁਰਾਣੇ ਵੀ ਚੱਲਣਗੇ, ਪਰ ਨਾਲ ਦੀ ਨਾਲ ਸੋਰਸ ਹੋਣਾ ਚਾਹੀਦਾ ਕਿ ਉਹ ਪੈਸਾ ਆਇਆ ਕਿੱਥੋਂ, ਤੁਹਾਨੂੰ ਤੁਹਾਡੀ ਫਸਲ ਵਿਕੀ ਹੈ ਉਹ ਤੋਂ ਪੈਸਾ ਆ ਗਿਆ, ਕੋਈ ਜ਼ਮੀਨ ਜਾਇਦਾਦ ਵੇਚੀ ਹੈ ਉਹਦੀ ਰਜਿਸਟਰੀ ਦੀ ਕਾਪੀ ਲਗਾਤੀ। ਸੋ ਇੱਕ ਦਿਨ ਪੁਰਾਣੇ ਫੰਡ ਵੀ ਐਕਸੈਪਟੇਬਲ ਹੈ ਫੰਡਸ ਟ੍ਰਾਂਸਫਰ ਸਕੀਮ ਰਾਹੀਂ, ਪਰ ਅਗੇਨ ਸੋਰਸ ਦਿਖਾਣਾ ਪਏਗਾ। ਜੇ ਸੋਰਸ ਨਹੀਂ ਹੈ ਤੇ 6 ਮਹੀਨੇ ਪੁਰਾਣੇ ਫੰਡ ਜਾਂ ਐਜੂਕੇਸ਼ਨ ਲੋਨ ਦੇ ਰੂਪ ਵਿੱਚ ਆਪਾਂ ਨਿਊਜ਼ੀਲੈਂਡ ਸਟੂਡੈਂਟ ਵੀਜ਼ਾ ਕਰ ਸਕਦੇ ਹਾਂ। ਪਿਰਾਮਿਡ ਈ ਸਰਵਿਸਿਜ਼ ਹੁਣ ਪ੍ਰਾਊਡਲੀ ਅਨਾਉਂਸ ਕਰਦਾ ਹੈ ਕਿ ਨਿਊਜ਼ੀਲੈਂਡ ਜਾਣ ਦੇ ਸੰਬੰਧਿਤ ਕੋਈ ਵੀ ਫੀਸ ਪਿਰਾਮਿਡ ਚਾਰਜ ਨਹੀਂ ਕਰਦਾ, ਨਾ ਵੀਜ਼ੇ ਤੋਂ ਪਹਿਲੇ, ਨਾ ਵਿਚਕਾਰ, ਨਾ ਵੀਜ਼ਾ ਲੱਗਣ ਤੋਂ ਬਾਅਦ। ਔਰ ਐਟ ਦ ਸੇਮ ਟਾਈਮ ਜਿਹੜੀ ਟ੍ਰੇਨਿੰਗ ਵੀ ਹੈ ਉਹ ਵੀ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਸਪੈਸ਼ਲਾਈਜ਼ਡ ਟ੍ਰੇਨਰਸ ਵੱਲੋਂ, ਜਿਹਦੇ ਨਾਲ ਸਾਡੇ ਵੀਜ਼ਾ ਲੱਗਣ ਦੇ ਚਾਂਸਸ ਵੱਧ ਜਾਂਦੇ, ਜਿਹਦੇ ਨਾਲ ਬੱਚੇ ਦਾ ਕੌਨਫੀਡੈਂਸ ਲੈਵਲ ਬਹੁਤ ਬੂਸਟ ਹੋ ਜਾਂਦਾ ਹੈ। ਬਿਲਕੁਲ ਦਰਸ਼ਕੋ, ਸੋ ਇਹ ਐਡਵਾਂਟੇਜ ਪਿਰਾਮਿਡ ਈ ਸਰਵਿਸਿਜ਼ ਤੁਸੀਂ ਐਸ ਸੂਨ ਐਸ ਪੋਸੀਬਲ ਅਵੇਲ ਕਰ ਸਕਦੇ ਹੋ। ਇਹਨਾਂ ਦੇ ਫੋਨ ਨੰਬਰ ਲਗਾਤਾਰ ਫਲੈਸ਼ ਹੋ ਰਹੇ ਨੇ ਸਾਡੀ ਟੀਵੀ ਸਕਰੀਨ ਤੇ, ਤੁਸੀਂ ਕਾਲ ਕਰ ਸਕਦੇ ਹੋ ਤੇ ਅਪਾਇੰਟਮੈਂਟ ਲੈ ਕੇ ਇਹਨਾਂ ਦੇ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਦਰਸ਼ਕੋ, ਬਹੁਤ ਜ਼ਰੂਰੀ ਹੁੰਦਾ ਜਦੋਂ ਤੁਸੀਂ ਬਾਹਰ ਜਾਣਾ, ਇੱਕ ਸਹੀ ਕੰਸਲਟੈਂਟ ਨੂੰ ਚੁਣੋ, ਇੱਕ ਸਹੀ ਕੋਰਸ ਨੂੰ ਚੁਣੋ ਤੇ ਇੱਕ ਸਹੀ ਕਾਲਜ ਨੂੰ ਚੁਣੋ, ਕਿਉਂਕਿ ਤਿੰਨੋਂ ਹੀ ਚੀਜ਼ਾਂ ਤੁਹਾਡੀ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ। ਸੋ ਤੋਂ ਕੋਸ਼ਿਸ਼ ਕਰੋ ਇਦਾਂ ਦੇ ਕੰਸਲਟੈਂਟ ਨੂੰ ਚੁਣੋ ਜਿਨ੍ਹਾਂ ਕੋਲ ਸਾਲਾਂ ਦਾ ਐਕਸਪੀਰੀਅੰਸ ਹੁੰਦਾ ਤੇ ਕਾਫੀ ਫਾਈਲਸ ਨੂੰ ਉਹਨਾਂ ਨੇ ਹੈਂਡਲ ਕੀਤਾ ਹੁੰਦਾ ਹੈ। ਨਿਊਜ਼ੀਲੈਂਡ ਦੀ ਤੇ ਅਸੀਂ ਗੱਲ ਕੀਤੀ ਹੈ, ਕਾਫੀ ਗਾਈਡੈਂਸ ਤੁਹਾਨੂੰ ਨਿਊਜ਼ੀਲੈਂਡ ਬਾਰੇ ਵੀ ਦਿੱਤੀ ਹੈ ਕਿ ਕਿਸ ਤਰ੍ਹਾਂ ਦੇ ਸਟੂਡੈਂਟਸ ਜਾ ਸਕਦੇ ਨੇ। ਇੱਕ ਆਖਰੀ ਸਵਾਲ ਛੋਟਾ ਜਿਹਾ ਨਿਊਜ਼ੀਲੈਂਡ ਬਾਰੇ ਮੈਂ ਜ਼ਰੂਰ ਪੁੱਛਣਾ ਚਾਹੂੰਗੀ ਕਿ ਆਈਪੀਪੀ ਤੇ ਨਾਨ ਆਈਪੀਪੀ ਵਟ ਯੂ ਵਿਲ ਪ੍ਰੈਫਰ ਟੂ ਸਟੂਡੈਂਟ? ਸੀ ਅਗਰ ਕਾਲਜ ਤੁਹਾਨੂੰ ਆਈਪੀਪੀ ਅਧੀਨ ਦਾਖਲਾ ਦੇ ਰਿਹਾ ਤਾਂ ਵੀਜ਼ਾ ਲੱਗਣ ਦੇ ਚਾਂਸਸ ਵੱਧ ਜਾਂਦੇ ਆ, ਕਿਉਂਕਿ ਆਈਪੀਪੀ ਮਤਲਬ ਇੰਡਸਟਰੀ ਪਾਰਟਨਰਸ਼ਿਪ ਪ੍ਰੋਗਰਾਮ, ਉਹੋ ਜਿਹੇ ਕਾਲਜਸ ਨੂੰ ਚੁਣਿਆ ਗਿਆ ਹੈ ਜਿਹੜੇ ਕਾਲਜਸ ਆਲਰੇਡੀ ਅੱਛੇ ਰੈਂਕਡ ਹੈ, ਗਵਰਨਮੈਂਟ ਕਾਲਜਸ ਹੈ, ਜਿਹਦੇ ਨਾਲ ਅੱਗੇ ਵੀ ਵੀਜ਼ਾ ਲੱਗੇ, ਵੀਜ਼ਾ ਅਪਰੂਵਲ ਰੇਟ ਕਾਫੀ ਹਾਈ ਹੈ ਔਰ ਜਿਹੜੇ ਵੀਜ਼ਾ ਲੱਗੇ ਬੱਚੇ ਵੀ ਹੈ ਉੱਥੇ ਜਾ ਕੇ ਪੜ੍ਹਾਈ ਕਰ ਰਹੇ ਆ। ਸੋ ਆਈਪੀਪੀ ਅਧੀਨ ਜੇ ਤੁਸੀਂ ਕੇਸ ਲਗਾਉਂਦੇ ਹੋ ਤਾਂ ਵੀਜ਼ਾ ਲੱਗਣ ਦੇ ਚਾਂਸਸ ਵੱਧ ਜਾਂਦੇ। ਪਿਰਾਮਿਡ ਈ ਸਰਵਿਸਿਜ਼ ਇਨਵਾਈਟ ਕਰ ਰਿਹਾ ਤੁਹਾਨੂੰ ਸਾਰਿਆਂ ਨੂੰ ਨਿਊਜ਼ੀਲੈਂਡ ਸਟੂਡੈਂਟ ਵੀਜ਼ਾ ਪਿਰਾਮਿਡ ਰਾਹੀਂ ਅਪਲਾਈ ਕਰਨ ਲਈ ਔਰ ਆਈਪੀਪੀ ਰਾਹੀਂ ਅਪਲਾਈ ਕਰਨ ਲਈ, ਕਿਉਂਕਿ ਪਿਰਾਮਿਡ ਈ ਸਰਵਿਸਿਜ਼ ਬਹੁਤ ਕਾਲਜਸ ਦਾ ਆਈਪੀਪੀ ਪ੍ਰੈਫਰਡ ਏਜੰਟ ਹੈ। ਔਰ ਐਟ ਦ ਸੇਮ
ਸੇਮ ਟਾਈਮ ਪਿਰਾਮਿਡ ਈ ਸਰਵਿਸਿਜ਼ ਨਿਊਜ਼ੀਲੈਂਡ ਟ੍ਰੇਨਡ ਏਜੰਟ ਵੀ ਹੈ। ਸੋ IPP ਏਜੰਟ ਤਾਂ ਹੈ ਹੀ ਹੈ, ਨਿਊਜ਼ੀਲੈਂਡ ਟ੍ਰੇਨਡ ਏਜੰਟ ਹੋਣ ਨਾਲ ਫਾਇਦਾ ਕੀ ਹੈ ਕਿ ਗਵਰਨਮੈਂਟ ਵੀ ਰੈਕੋਗਨਾਈਜ਼ ਕਰਦੀ ਹੈ ਕਿ ਹਾਂ ਸਟੂਡੈਂਟ ਵੀਜ਼ੇ ਦਾ ਕੰਮ ਕਰਨਾ ਇਸ ਕੰਸਲਟੈਂਸੀ ਨੂੰ ਆਉਂਦਾ ਹੈ, ਸਟੂਡੈਂਟ ਵੀਜ਼ੇ ਦੀ ਸਹੀ ਢੰਗ ਨਾਲ ਫਾਈਲ ਲਗਾਉਣਾ, ਨਿਊਜ਼ੀਲੈਂਡ ਬਾਰੇ ਜਾਣਕਾਰੀ ਦੇਣਾ ਇਸ ਕੰਸਲਟੈਂਟ ਨੂੰ ਆਉਂਦਾ ਹੈ। ਉਸ ਦਾ ਫਾਇਦਾ ਤੁਸੀਂ ਡੈਫੀਨੇਟਲੀ ਚੱਕ ਸਕਦੇ ਹੋ। ਬਿਲਕੁਲ ਦਰਸ਼ਕੋ, ਯਾਨੀ ਕਿ ਨਿਊਜ਼ੀਲੈਂਡ ਟ੍ਰੇਨਡ ਏਜੰਟ ਨੇ ਪਿਰਾਮਿਡ ਈ ਸਰਵਿਸਿਜ਼ ਦੇ ਮਿਸਟਰ ਭੰਮੂ ਸਿੰਘ ਬੇਦੀ, ਜਿਨ੍ਹਾਂ ਨੇ ਅੱਜ ਇਸ ਸ਼ੋਅ ਦੇ ਵਿੱਚ ਨਿਊਜ਼ੀਲੈਂਡ ਬਾਰੇ ਵੀ ਤੁਹਾਨੂੰ ਬੜੀ ਸੁਚੱਜੀ ਜਾਣਕਾਰੀ ਦਿੱਤੀ ਹੈ। ਸੋ ਬਿਲਕੁਲ ਵੀ ਮਿਸਗਾਈਡ ਨਾ ਹੋਵੋ, ਕਿਉਂਕਿ ਅੱਜ ਦਾ ਤੁਹਾਡਾ ਲਿਆ ਗਿਆ ਜਿਹੜਾ ਸਟੈਪ ਹੈ ਉਹ ਆਉਣ ਵਾਲੇ ਸਮੇਂ ਦੇ ਵੀ ਤੁਹਾਡੇ ਹੀ ਕੰਮ ਆਏਗਾ। ਸੋ ਜਾਂਦੇ ਜਾਂਦੇ ਲੈਟਸ ਹੈਵ ਲੁੱਕ ਔਨ ਆਸਟ੍ਰੇਲੀਆ ਆਲਸੋ, ਕਿਉਂਕਿ ਆਸਟ੍ਰੇਲੀਆ ਹੁਣ ਜਿਹੜੇ ਐਲੀਜੀਬਲ ਵੀ ਹੁੰਦੇ ਨੇ ਉਹ ਵੀ ਡਰ ਕੇ ਫਾਈਲਾਂ ਲਾਉਂਦੇ ਨੇ, ਕਿਉਂਕਿ ਸਭ ਨੂੰ ਪਤਾ ਕਿ ਆਸਟ੍ਰੇਲੀਅਨ ਐਮਬੈਸੀ ਇਸ ਟਾਈਮ ਕਾਫੀ ਜ਼ਿਆਦਾ ਸਟ੍ਰਿਕਟ ਹੋ ਚੁੱਕੀ ਹੈ। ਬੇਦੀ ਸਰ, ਵਾਈ ਸੋ ਆਈ ਡੋਂਟ ਨੋ ਸਟ੍ਰਿਕਟ ਹੋ ਚੁੱਕੀ। ਛਵੀ ਜੀ ਤੁਹਾਡੇ ਮੂੰਹ ਤੋਂ ਸੁਣ ਰਿਹਾ ਪਿਰਾਮਿਡ ਦੇ ਤਾਂ ਰੋਜ਼ ਕਾਫੀ ਵੀਜ਼ੇ ਆ ਰਹੇ, 4-5 ਵੀਜ਼ੇ ਐਡਵਾਂਸ ਡਿਪਲੋਮਿਆਂ 'ਚ, ਡਿਗਰੀਆਂ 'ਚ, ਮਾਸਟਰਸ ਡਿਗਰੀ ਵਿੱਚ। ਸੋ ਸਟ੍ਰਿਕਟ ਹੋਊਗੇ ਉਹਨਾਂ ਕੰਸਲਟੈਂਟਸ ਲਈ ਜਿਨ੍ਹਾਂ ਨੇ ਪਹਿਲੇ ਚੰਗੀਆਂ ਫਾਈਲਾਂ ਨਹੀਂ ਲਾਈਆਂ ਹੋਊਗੀਆਂ, ਸਟ੍ਰਿਕਟ ਹੋਊਗੇ ਉਹਨਾਂ ਸਟੂਡੈਂਟਸ ਲਈ ਜਿਨ੍ਹਾਂ ਦੇ ਕੇਸ ਅਕੈਡਮਿਕਲੀ ਵੀਕ ਹੋਣਗੇ ਜਾਂ ਐਟ ਦ ਸੇਮ ਟਾਈਮ ਗੈਪ ਬਹੁਤ ਜ਼ਿਆਦਾ ਵੱਧ ਚੁੱਕਾ ਹੋਊਗਾ। ਜਿਹੜਾ ਬੱਚਾ 2014 ਔਰ 2015 ਪਾਸ ਆਊਟ ਹੈ, ਜਿਹੜੇ ਬੱਚੇ ਦੇ 55% ਤੋਂ ਉੱਪਰ ਨੰਬਰ ਹੈ, ਚਾਹੇ ਬੈਂਡ ਸਕੋਰ 5 ਹੀ ਕਿਉਂ ਨਾ ਹੋਣ, ਪਿਰਾਮਿਡ ਈ ਸਰਵਿਸਿਜ਼ ਤੁਹਾਡੇ ਨਾਲ ਵਾਅਦਾ ਕਰਦਾ ਹੈ ਕਿ ਆਸਟ੍ਰੇਲੀਆ ਜਾਣ ਦਾ ਤੁਹਾਡਾ ਸੁਪਨਾ ਪਿਰਾਮਿਡ ਰਾਹੀਂ ਜ਼ਰੂਰ ਸਾਕਾਰ ਹੋਏਗਾ। ਕਾਲ ਕਰਨੀ ਹੈ ਤੁਸੀਂ, ਜਿਹੜਾ ਸਾਡਾ ਹੈਲਪਲਾਈਨ ਨੰਬਰ ਹੈ 92563 92563, ਇਹ ਆਪਣੇ ਫੋਨ ਦੇ ਵਿੱਚ ਫੀਡ ਕਰ ਲੈਣਾ। ਔਰ ਸਟੂਡੈਂਟ ਵੀਜ਼ਾ ਦੀ ਕਦੀ ਵੀ ਕੋਈ ਕੁਐਰੀ ਤੁਹਾਨੂੰ ਆਉਂਦੀ ਹੈ, ਚਾਹੇ ਕੈਨੇਡਾ ਦੀ, ਚਾਹੇ ਨਿਊਜ਼ੀਲੈਂਡ ਦੀ, ਚਾਹੇ ਆਸਟ੍ਰੇਲੀਆ ਦੀ, ਚਾਹੇ USA ਦੀ, ਚਾਹੇ ਸਿੰਗਾਪੁਰ ਦੀ, ਚਾਹੇ ਸਾਈਪਰਸ ਦੀ, ਯੂਰਪ ਦੀ ਵੀ, ਜਰਮਨੀ ਦੇ ਕਿਸੇ ਸ਼ਹਿਰ ਦੀ ਆਉਂਦੀ ਹੈ, ਤੁਸੀਂ ਸਾਨੂੰ 92563 92563 ਤੇ ਕਾਲ ਕਰ ਸਕਦੇ ਹੋ। ਸਾਡਾ ਜਿਹੜਾ ਕਨੈਕਟ ਸੈਂਟਰ ਹੈ ਉਹਦੇ ਵਿੱਚ ਸਾਡੇ ਜਿਹੜੇ ਰਿਪਰੈਜ਼ੈਂਟੇਟਿਵ ਹੈ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਤੁਹਾਡੀ ਕਿਸੇ ਵੀ ਕੁਐਰੀ ਦਾ ਜਵਾਬ ਦੇਣਗੇ, ਵੱਧ ਤੋਂ ਵੱਧ ਤੁਹਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰਨਗੇ। ਇਹੀ ਪਿਰਾਮਿਡ ਦਾ ਮਕਸਦ ਸੀ ਕਿ ਕਿਹੋ ਜਿਹਾ ਕਨੈਕਟ ਸੈਂਟਰ ਕੋ ਐਸਟੈਬਲਿਸ਼ ਕੀਤਾ ਜਾਵੇ ਜਿਹਦੇ ਨਾਲ ਅਗਰ ਕੋਈ ਬੰਦਾ ਆ ਨਹੀਂ ਪਾ ਰਿਹਾ ਤੇ ਜਾਣਕਾਰੀ ਫੋਨ ਤੇ ਲੈ ਸਕੇ। ਜੇ ਤੁਹਾਡਾ ਕੇਸ ਕਿਸੇ ਹੋਰ ਕੰਸਲਟੈਂਟ ਨੇ ਵੀ ਖਰਾਬ ਕੀਤਾ, ਤੁਹਾਡੀ ਆਫਰ ਲੈਟਰ ਨਹੀਂ ਆਈ, ਤੁਹਾਡਾ GIC ਦਾ ਖਾਤਾ ਨਹੀਂ ਖੁੱਲਿਆ, ਤੁਹਾਡਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਪਰ ਨੰਬਰ ਚੰਗੇ ਹੈ, ਨੰਬਰ ਚੰਗੇ ਹੈ ਤਾਂ ਮਤਲਬ ਹੈ ਕਿ ਘੱਟ ਤੋਂ ਘੱਟ 60% ਨੰਬਰ ਹੈ, ਤੁਹਾਡਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ, ਬੈਂਡ ਤੁਹਾਡੇ 7 ਹੈ, ਤੁਹਾਡਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ, ਫਾਈਨੈਂਸ਼ੀਅਲ ਡਾਕੂਮੈਂਟਸ ਕਰਕੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਪਰ ਤੁਹਾਡੀ ਗਲਤੀ ਨਹੀਂ ਹੈ, ਐਮਬੈਸੀ ਦੀ ਅਸੈਸਮੈਂਟ ਵਿੱਚ ਤੁਹਾਨੂੰ ਲੱਗਦਾ ਹੈ ਕੋਈ ਕਮੀ ਪੇਸ਼ੀ ਹੈ ਔਰ ਤੁਸੀਂ ਕੇਸ ਦੁਬਾਰਾ ਤੋਂ ਮੁੜ ਕੇ ਲਗਾਉਣਾ ਚਾਹੁੰਦੇ ਹੋ, ਤੇ 92563 92563 ਤੇ ਮੈਂ ਤੁਹਾਨੂੰ ਇਨਵਾਈਟ ਕਰ ਰਿਹਾ, ਕਾਲ ਕਰਕੇ ਪਿਰਾਮਿਡ ਦੇ ਜਲੰਧਰ, ਲੁਧਿਆਣਾ, ਮੋਗਾ ਤੇ ਚੰਡੀਗੜ੍ਹ ਦਫ਼ਤਰਾਂ ਵਿੱਚ ਆ ਕੇ ਵਿਜ਼ਿਟ ਕਰਨ ਦਾ। ਇਹ ਪਿਰਾਮਿਡ ਦੇ ਆਪਣੇ ਦਫ਼ਤਰ ਹੈ, ਕੋਈ ਫਰੈਂਚਾਈਜ਼ੀ ਨਹੀਂ ਹੈ, ਕੋਈ ਸਬ ਏਜੰਟ ਨਹੀਂ ਹੈ। ਪਿਰਾਮਿਡ ਸਟੂਡੈਂਟ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਸਿੱਧੇ ਤੌਰ ਤੇ ਕੰਮ ਕਰਦਾ ਹੈ। ਔਰ ਆਸਟ੍ਰੇਲੀਆ ਲਈ ਖਾਸ ਕਰ ਮੈਂ ਹੁਣ ਫਰਵਰੀ ਸੈਸ਼ਨ ਲਈ ਐਪਲੀਕੇਸ਼ਨਸ ਇਨਵਾਈਟ ਕਰ ਰਹੇ ਹਾਂ। ਜੇ 12ਵੀਂ ਕੀਤੀ ਹੈ ਤੇ 5 ਬੈਂਡ ਔਰ 5.5 ਬੈਂਡ ਨਾਲ ਆਪਾਂ ਐਡਵਾਂਸਡ ਡਿਪਲੋਮਾ ਲੀਡਿੰਗ ਟੂ ਡਿਗਰੀ ਜਾਂ LE ਕੋਰਸ ਦੇ ਨਾਲ ਡਿਗਰੀ ਵਿੱਚ ਵੀ ਦਾਖਲਾ ਲੈ ਸਕਦੇ ਹਾਂ। ਔਰ ਜੇ ਗ੍ਰੈਜੂਏਸ਼ਨ ਕੀਤੀ ਹੈ ਤੇ ਘੱਟ ਤੋਂ ਘੱਟ 5.5 ਬੈਂਡ ਦੇ ਨਾਲ ਆਪਾਂ LE ਕੋਰਸ ਦੇ ਨਾਲ ਮਾਸਟਰਸ ਡਿਗਰੀ ਵਿੱਚ ਦਾਖਲਾ ਲੈ ਸਕਦੇ ਹਾਂ। ਚੰਗੇ ਰਿਜ਼ਲਟਸ ਆ ਰਹੇ ਹੈ, ਹੁਣ ਆ ਵੀ ਰਹੇ ਔਰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਿਹਤਰ ਹੋਣਗੇ। ਸੋ ਬਿਲਕੁਲ ਦਰਸ਼ਕੋ, ਅੱਜ ਇਸ ਸ਼ੋਅ ਦੇ ਵਿੱਚ ਅਸੀਂ ਥੋੜੀ ਇਨਫੋਰਮੇਸ਼ਨ ਕੋਸ਼ਿਸ਼ ਕੀਤੀ ਹੈ ਹਰ ਕੰਟਰੀ ਬਾਰੇ ਤੁਹਾਨੂੰ ਦੇਣ ਦੀ, ਲੇਕਿਨ ਆਉਣ ਵਾਲੇ ਸ਼ੋਅਜ਼ ਦੇ ਵਿੱਚ ਅਸੀਂ ਹਰ ਕੰਟਰੀ ਦੀ ਵਿਸਤਾਰ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ, ਇਹਨਾਂ ਦੇ ਐਕਸਪੀਰੀਐਂਸਿਸ ਤੁਹਾਡੇ ਨਾਲ ਸ਼ੇਅਰ ਕਰਾਂਗੇ। ਫਿਲਹਾਲ ਅੱਜ ਦੇ ਇਸ ਸ਼ੋਅ ਦੇ ਵਿੱਚ ਇੰਨਾ ਹੀ। ਮਿਸਟਰ ਬੇਦੀ, ਥੈਂਕ ਯੂ ਸੋ ਮਚ ਫॉर ਬੀਇੰਗ ਇਨ ਦਿਸ ਸ਼ੋਅ। ਦਰਸ਼ਕੋ, ਇਸੇ ਦੇ ਨਾਲ ਮੈਨੂੰ ਯਾਨੀ ਕਿ ਛਵੀ ਤੋਂ ਇਜਾਜ਼ਤ, ਮੁੜ ਕੇ ਹਾਜ਼ਰ ਹੋਵਾਂਗੇ ਇਸੇ ਸ਼ੋਅ ਤੇ ਇਸੇ ਵੇਲੇ। ਟਿਲ ਦੈਨ ਯੂ ਟੇਕ ਕੇਅਰ, ਬਾਏ ਬਾਏ।